ਝੁੰਦਾ ਕਮੇਟੀ ਨੂੰ ਵੀ ਕਲੀਅਰ ਕੱਟ ਦੱਸਣਾ ਚਾਹੀਦਾ ਸੀ ਜੋ ਉਹਨਾਂ ਨੂੰ ਲੋਕਾਂ ਨੇ ਲੋਕਾਂ ਤੋਂ ਜਾ ਕੇ ਉਹਨਾਂ ਨੇ ਸੁਣਿਆ। ਇੱਥੇ ਇਹ ਨਾ ਕਰੋ ਕਿ ਸੁਖਬੀਰ ਬਾਦਲ ਤੋਂ ਹੀ ਅਸਤੀਫਾ ਲੈ ਲੈਂਦਾ, ਫਿਰ ਸੁਖਬੀਰ ਬਾਦਲ ਨੂੰ ਹੀ ਕਹਿੰਦਾ ਵੀ ਨਹੀਂ ਤੇਰੀ ਕਾਰਜਕਾਰੀ ਸੁਖਬੀਰ ਆ ਬਹੁਤ ਵਧੀਆ, ਇਸ ਲਈ ਯੂ ਕੰਟੀਨਿਊ। ਇੱਥੇ ਸੁਖਬੀਰ ਬਾਦਲ ਦੀ ਗੱਲ ਨਹੀਂ ਹੈਗੀ। ਇੱਥੇ ਸੁਖਬੀਰ ਬਾਦਲ ਇਜ਼ ਰਿਸਪੌਂਸਿਬਲ ਫॉर एन एक्सप्लेनेशन along with his respected father सरदार प्रकाश सिंह बादल and his family clan। कौम ਦਾ ਦੀਵਾ ਨਹੀਂ ਬੁਝਿਆ, ਪਰ ਅਲਟੀਮੇਟਲੀ ਸ਼੍ਰੋਮਣੀ ਅਕਾਲੀ ਦਲ ਦਾ ਦੀਵਾ ਜਿਹੜਾ ਹੈਗਾ ਉਹ ਆਪਣੀ ਲੋਹ ਗਵਾ ਚੁੱਕਿਆ। ਮਨਪ੍ਰੀਤ ਆਲੀ ਨੇ ਚੰਗਾ ਕਦਮ ਚੱਕਿਆ, ਚੰਗਾ ਇਸ਼ੂ ਉਠਾਇਆ, ਅੱਜ ਉਠਾਇਆ, ਮੈਂ ਵੈਲਕਮ ਕਰਦਾ ਕਿ ਉਹਨੇ ਉਹ ਇਸ਼ੂ ਉਠਾਇਆ ਕਿ ਜਦੋਂ ਜੇਪੀ ਨੱਡਾ ਨੇ ਸੁਖਬੀਰ ਬਾਦਲ ਨੂੰ ਫੋਨ ਕੀਤਾ ਸੀ ਬੀਜੇਪੀ ਪ੍ਰੈਜ਼ੀਡੈਂਟ ਨੇ ਤੇ ਉਹਨਾਂ ਨੇ ਸਪੋਰਟ ਮੰਗੀ ਸੀ, ਉਦੋਂ ਇਹਨਾਂ ਨੂੰ ਕੰਡੀਸ਼ਨਸ ਰੱਖਣੀਆਂ ਚਾਹੀਦੀਆਂ ਸੀ, ਨਹੀਂ ਇਹਨਾਂ ਨੂੰ ਵੋਟਿੰਗ ਪ੍ਰਕਿਰਿਆ ਵਿੱਚ ਜਾਣਾ ਨਹੀਂ ਸੀ ਚਾਹੀਦਾ। ਐਕਸਪਲੇਨ ਕਰਨਾ ਪਊਗਾ ਕਿ ਕਿਉਂ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਗਲੀਆਂ 'ਚ ਰੁਲਿਆ, ਉਹਦੇ ਟੁਕੜੇ ਟੁਕੜੇ ਕਰਕੇ ਖਿਲਾਰਿਆ ਗਿਆ। ਅਗਰ ਬਾਦਲ ਨਹੀਂ ਹੋਣਗੇ ਤਾਂ ਫਿਰ ਬਾਦਲਾਂ ਦਾ ਬਦਲ ਕੌਣ ਹੋਏਗਾ? ਯੂ ਆਰ ਰੋਟਨ ਟੂ ਦਾ ਕੋਰ। ਤੁਸੀਂ ਜੋ ਆਪਣਾ ਰਾਜ ਭਾਗ ਭਾਵੇਂ ਸੁਰਜੀਤ ਸਿੰਘ ਬਰਨਾਲੇ ਦੇ ਰਾਜ ਭਾਗ ਤੇ ਲੈ ਜਾਓ, ਚਾਹੇ ਹੁਣ 15 ਸਾਲ ਤੇ ਲੈ ਜਾਓ, ਚਾਹੇ ਸੰਤ ਹਰਚੰਦ ਸਿੰਘ ਲੰਗੋਵਾਲ ਦਾ ਇਤਿਹਾਸ ਫਰੋਲ ਲਓ, ਜਿਨ੍ਹਾਂ ਨੇ 1985 ਵਿੱਚ ਸਿੱਖ ਪੰਥ ਤਾਂ ਵੇਚਿਆ ਹੀ ਵੇਚਿਆ, ਉਹਨਾਂ ਨੇ ਪੰਜਾਬ ਦੇ ਹੱਕ ਵੀ ਵੇਚੇ। ਜਿਹੜਾ ਇਹਨਾਂ ਨੇ ਆਪਣੇ ਮੋਰਚੇ ਦਾ ਨਾਂ ਧਰਮ ਯੁੱਧ ਮੋਰਚਾ ਰੱਖਿਆ, ਦੈਟ ਵਾਜ਼ ਏ ਰੋਂਗ ਸਟੇਟਮੈਂਟ। ਇਹਨਾਂ ਨੂੰ ਪੰਜਾਬ ਮੋਰਚਾ ਰੱਖਣਾ ਚਾਹੀਦਾ ਸੀ। ਪੰਜਾਬ ਡੈਮੋਕ੍ਰੈਟਿਕ ਹੱਕਸ ਦੇ ਲਈ ਹੱਕੀ ਆਵਾਜ਼ ਬਣਾਉਣਾ ਚਾਹੀਦਾ ਸੀ, ਜਿਵੇਂ ਫਾਰਮਰਸ ਪ੍ਰੋਟੈਸਟ ਹੋਇਆ ਸੀ। ਉਸ ਸਾਧ ਨੂੰ ਆਪਣਾ ਪੂਜਨੀਆ ਪਿਤਾ ਕਹਿ ਰਹੇ ਸੀ, ਜਿਹੜਾ ਕਿ ਰੇਪ ਦੇ ਕੇਸ ਵਿੱਚ ਕਨਵਿਕਟਡ ਆ, ਜਿਹੜਾ ਮਰਡਰ ਦੇ ਕੇਸਿਸ ਵਿੱਚ ਕਨਵਿਕਟਡ ਆ, ਜਿਹਦਾ ਨਾਂ ਆ ਰਿਹਾ ਗੁਰੂ ਗ੍ਰੰਥ ਸਾਹਿਬ ਦੇ, ਜਿਹੜੀ ਸਾਡੀ ਪੀੜ ਆ, ਜਿਹੜੀ ਬੇਅਦਬੀ ਹੋਈ, ਉਹਨਾਂ ਦੇ ਪੰਨੇ ਖਿਲਾਰੇ, ਉਹਦੇ ਵਿੱਚ ਉਹਦਾ ਮੇਨ ਅਕਿਊਜ਼ਡ ਵਜੋਂ ਨਾਂ ਆ ਰਿਹਾ। ਇਹ ਸੋਚ ਕੇ ਚੱਲਣ ਕਿ ਕਿਹਨੂੰ ਆਪਣਾ ਪੂਜਨੀਆ ਪਿਤਾ ਮੰਨਦੇ ਨੇ। ਇਹ ਪ੍ਰੈਸ ਸਟੇਟਮੈਂਟਸ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰੇ ਦਾ, ਇਹਦਾ ਪਹਿਲੇ ਵੀ ਚੈੱਕਡ ਪਾਸਟ ਹੈਗਾ। ਇਹਨਾਂ ਨੇ ਜੋ ਕਹਿ ਰਹੇ ਨੇ ਕਿ ਸਾਡਾ ਸਰੋਪਾ ਪਾਉਣ ਨਾਲ ਸਾਡੇ ਪਰਿਵਾਰ ਵੱਲੋਂ ਅਸੀਂ ਬੰਬਾਰੀ ਰੋਕ ਲਈ, ਇਹ ਇਤਿਹਾਸ ਪੜ੍ਹ ਲਓ ਕਿ 14 ਅਪ੍ਰੈਲ 1919 ਨੂੰ ਗੁਜਰਾਂਵਾਲਾ ਕੋਲੇ ਕਿਵੇਂ ਬ੍ਰਿਟਿਸ਼ ਐਰੋਪਲੇਨਸ ਨੇ ਬੰਬਾਰੀ ਕੀਤੀ ਸੀ, ਕਿ ਉਤੋਂ ਮਸ਼ੀਨ ਗਨ ਦੇ ਨਾਲ ਜਿਹੜਾ ਹਜੂਮ ਇਕੱਠੇ ਹੋਈ ਸੀ ਰੋਸ ਵਜੋਂ, ਉਹਨਾਂ ਤੇ ਗੋਲੀਆਂ ਚੱਲੀਆਂ ਨੇ। ਵੈਲਕਮ ਬੈਕ। ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ ਆਪਣੇ ਦਰਸ਼ਕਾਂ ਦਾ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਰਣਜੀਤ ਸਿੰਘ ਕੁੱਕੀ ਗਿੱਲ ਜੀ ਦੇ ਨਾਲ ਜਿਸ ਟੌਪਿਕ ਤੇ ਗੱਲ ਕਰਾਂਗੇ ਉਹ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਵੱਧਦਾ ਹੋਇਆ ਕ੍ਰਾਈਸਿਸ। ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਇਸ ਮੋੜ ਤੇ ਖੜਾ ਹੈ ਜਿੱਥੇ ਏਦਾਂ ਲੱਗਦਾ ਜਾਂ ਤਾਂ ਕੋਰਸ ਕਰੈਕਸ਼ਨ ਹੋਏਗੀ, ਜਾਂ ਤਾਂ ਪੁਨਰ ਉਥਾਨ ਹੋਏਗਾ, ਜਾਂ ਪਾਰਟੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਜੀ ਦੀ ਪ੍ਰਧਾਨਗੀ ਦੇ ਪ੍ਰਤੀ ਨਿਰਾਸ਼ਤਾ ਜਿਹੜੀ ਆ ਹੋਰ ਵੱਧ ਜਾਏਗੀ। ਬਹੁਤ ਏਦਾਂ ਦੇ ਲੀਡਰ, ਮਨਪ੍ਰੀਤ ਆਲੀ ਜੀ ਨੇ ਸਭ ਤੋਂ ਪਹਿਲਾਂ ਆਵਾਜ਼ ਉਠਾਈ ਜਿੱਥੇ ਉਹਨਾਂ ਨੇ ਅਸਹਿਮਤੀ ਪ੍ਰਗਟ ਕੀਤੀ, ਆਪਣੀ ਪਾਰਟੀ ਦੀਆਂ ਲਾਈਨਸ ਤੋਂ ਬਾਹਰ ਜਾ ਕੇ ਉਹਨਾਂ ਨੇ ਆਪਣਾ ਸਟੈਂਡ ਰੱਖਿਆ। ਪ੍ਰੋਫੈਸਰ ਚੰਦੂਮਾਜਰਾ ਨੇ ਵੀ ਆਪਣੀ ਆਵਾਜ਼ ਜਿਹੜੀ ਆ ਸੁਖਬੀਰ ਸਿੰਘ ਬਾਦਲ ਜੀ ਦੇ ਕੁਝ ਐਕਸ਼ਨਸ ਦੇ ਖਿਲਾਫ, ਜੋ ਉਹਨਾਂ ਦਾ ਐਕਸ਼ਨ ਸੀ ਕਿ ਉਹਨਾਂ ਨੇ ਪਾਰਟੀ ਦੇ ਅੰਦਰਲਾ ਜਿਹੜਾ ਢਾਂਚਾ ਸੀ, ਜਿਹੜੀ ਉਹਨਾਂ ਦੀਆਂ ਫੰਡਾਮੈਂਟਲ ਬੋਡੀ ਸੀ, ਉਹਨਾਂ ਨੂੰ ਭੰਗ ਕਰ ਦਿੱਤਾ, ਜਿਹਦੇ ਖਿਲਾਫ ਪ੍ਰੋਫੈਸਰ ਚੰਦੂਮਾਜਰਾ ਨੇ ਆਪਣਾ ਜਿਹੜਾ ਰੋਸ ਆ ਪ੍ਰਗਟਾ ਕੇ ਇਹ ਕਿਹਾ ਕਿ ਇਹ ਵਿਧਾਨਿਕ ਤੌਰ ਤੇ ਗਲਤ ਹੈ, ਸਾਡੀ ਪਾਰਟੀ ਦੇ ਰੂਲਸ ਦੇ ਮੁਤਾਬਿਕ ਨਹੀਂ ਹੈ। ਸੋ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਇਹ ਕ੍ਰਾਈਸਿਸ ਆ, ਇਸੇ ਨੂੰ ਮੈਂ ਗੱਲ ਨੂੰ ਵਧਾਉਣੀ ਆ ਰਣਜੀਤ ਸਿੰਘ ਕੁੱਕੀ ਗਿੱਲ ਜੀ ਵੱਲ। ਜਿਹੜਾ ਪੰਥ ਆ ਨਾ, ਜਿਸ ਦੀ ਰੈਪਰੈਜ਼ੈਂਟੇਟਿਵ ਬਾਡੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ, ਪ੍ਰੋਮੀਨੈਂਟ ਜਿਹੜੀ ਬਾਡੀ, ਵੈਸੇ ਤਾਂ ਹੋਰ ਆਰਗੇਨਾਈਜੇਸ਼ਨਸ ਵੀ ਹੈਗੀਆਂ ਨੇ, ਪਰ ਪ੍ਰੋਮੀਨੈਂਟ ਪੋਲੀਟੀਕਲ ਸੰਦਰਭ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਕਿ ਇੱਕ ਮੁੱਖ ਸਿੱਖਾਂ ਦੀ ਪੋਲੀਟੀਕਲ ਜਮਾਤ ਸਮਝਿਆ ਜਾਂਦਾ, ਉਹਦੇ ਅੱਗੇ ਅੱਜ ਜੋ ਕ੍ਰਾਈਸਿਸ ਨੇ ਨਾ, ਉਹਨਾਂ ਦਾ ਕਿਸੇ ਕਵੀ ਨੇ ਬੜਾ ਬਿਹਤਰੀਨ ਤਰੀਕੇ ਨਾਲ ਬਿਆਨ ਕੀਤਾ ਕਿ ਇਹਨਾਂ ਨੇ ਹੁਣ ਤੱਕ ਕੀਤਾ ਕੀ ਹੈ ਸ਼੍ਰੋਮਣੀ ਅਕਾਲੀ ਦਲ ਨੇ, ਕਿਉਂ ਇਹਨਾਂ ਦੀ ਪ੍ਰੈਜ਼ੈਂਟ ਸਿਚੁਏਸ਼ਨ ਅਰਾਈਜ਼ ਹੋਈ ਹੈ ਜੀ। ਉਹ ਕਹਿੰਦੇ ਨਾ ਕਿ ਸਮਝੇ ਨਹੀਂ ਕਿ ਮੈਂ ਦੀਵਾ ਹਾਂ, ਮੇਰੀ ਬੰਦੀ ਨਹੀਂ ਹਨੇਰਿਆਂ ਨਾਲ, ਮੈਂ ਦੀਵਾ ਹਾਂ, ਮੇਰੀ ਬੰਦੀ ਨਹੀਂ ਹਨੇਰਿਆਂ ਨਾਲ, ਖੁੰਦਕ ਹੈ ਹਵਾਵਾਂ ਨੂੰ ਬੇਵਜ੍ਹਾ ਹੀ ਮੇਰੇ ਨਾਲ। ਪੰਥ ਸਿੱਖ ਕੌਮ ਨਾਲ ਹਮੇਸ਼ਾ ਸਾਮਰਾਜੀ ਹਕੂਮਤਾਂ ਦੀ ਟੱਕਰ ਰਹੀ ਹੈ। ਜਿਹੜੀ ਸ਼੍ਰੋਮਣੀ ਅਕਾਲੀ ਦਲ ਆ, ਲੰਮੇ ਚਿਰ ਤੋਂ 1997 ਤੇ ਜਦੋਂ ਪ੍ਰੈਜ਼ੈਂਟ ਸਟਰਕਚਰ ਪਾਵਰ 'ਚ ਆਇਆ, 15 ਸਾਲ ਇਹਨਾਂ ਨੇ ਰਾਜ ਕੀਤਾ, ਇਹਨਾਂ ਨੇ ਉਹ ਦੀਵੇ ਦੀ ਜਿਹੜੀ ਲੋਹ ਸੀ ਉਹਦੇ ਤੋਂ ਇਹਨਾਂ ਨੇ ਸਮਝਣ ਤੋਂ ਇਨਕਾਰੀ ਰਹੇ ਨੇ। ਉਹ ਅਲਟੀਮੇਟਲੀ ਇਹਨਾਂ ਕੌਮ ਦਾ ਦੀਵਾ ਨਹੀਂ ਬੁਝਿਆ, ਪਰ ਅਲਟੀਮੇਟਲੀ ਸ਼੍ਰੋਮਣੀ ਅਕਾਲੀ ਦਲ ਦਾ ਦੀਵਾ ਜਿਹੜਾ ਹੈਗਾ ਉਹ ਆਪਣੀ ਲੋਹ ਗਵਾ ਚੁੱਕਿਆ।
दैट इज द प्रेजेंट क्राइसिस। इन्होंने इस तरह की सिचुएशन अराइज करती कि अज जिहड़ा साडा पंजाब है ना ਉਹਦੇ ਵਿੱਚ ਇਹ ਸੰਦਰਭ ਸਾਹਮਣੇ ਆ ਰਿਹਾ ਜਦੋਂ 47 ਦੀ ਵੰਡ ਹੋਈ ਆ, ਜਿਹਦੇ ਵਿੱਚ ਇਹ ਤੀਜੀ ਧਿਰ ਸੀ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ, ਜਦੋਂ ਬ੍ਰਿਟਿਸ਼ ਰਾਜ ਨਾਲ ਗੱਲ ਹੋ ਰਹੀ ਸੀ ਬਸਾਈਡਸ ਮੁਸਲਿਮ ਲੀਗ ਐਂਡ ਇੰਡੀਅਨ ਨੈਸ਼ਨਲ ਕਾਂਗਰਸ। ਪਰ ਜਿਹੜੀ ਦੁਸ਼ਮਣਾਂ ਦੀ ਉਦੋਂ ਤੋਂ ਹੀ ਨਿਗਾਹ ਸੀ, ਜਿਹਨੂੰ ਕਿ ਸ਼੍ਰੋਮਣੀ ਅਕਾਲੀ ਦਲ ਸਮਝ ਨਹੀਂ ਸਕਿਆ ਕਿ ਦੁਸ਼ਮਣਾਂ ਨੇ ਕਰਨ ਲਈ ਮੱਧਮ ਸਾਡੀ ਤਾਬ ਨੂੰ ਤਾਬ ਨੂੰ ਮਾਰ ਕੇ ਕਾਂ ਵਾਂਗ ਦਿੱਤਾ ਟੰਗ ਸਾਡੇ ਖਾਬ, ਤਾਂ ਕਿ ਆਪਣੀ ਜੇਬ ਵਿੱਚ ਬਟੂਏ ਦੇ ਵਾਂਗੂ ਰੱਖ ਸਕਣ ਜੇਬ ਦੇ ਆਕਾਰ ਦਾ ਦਿੱਤਾ ਇਹ ਕਰ ਪੰਜਾਬ। ਇਹਨਾਂ ਦੇ ਪੰਜਾਬੀ ਸੂਬੇ ਨੇ ਨਾ ਤਾਂ ਸਾਨੂੰ ਭਾਰਤ ਦੇ ਵਿੱਚ ਇਹ ਰਲੇਵੇਂ ਵੇਲੇ ਕੋਈ ਸਤਿਕਾਰ ਦਵਾ ਸਕੇ, ਨਾ ਪੰਜਾਬੀ ਸੂਬਾ ਬਣਨ ਵੇਲੇ ਕੋਈ ਇਹ ਸਿੱਖ ਕੌਮ ਨੂੰ ਜਾਂ ਪੰਜਾਬ ਨੂੰ ਉਹਦੇ ਬਣਦੇ ਹੱਕ ਲੈ ਕੇ ਦੇ ਸਕੇ। ਉਹ ਜਿਹੜੀ ਤਾਬ ਅੱਜ ਸਾਰਾ ਸਿੱਖ ਪੰਥ ਚੱਲ ਰਿਹਾ। ਪਰ ਠੀਕ ਆ, ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਸਿੱਖਾਂ ਦੀ ਜਮਾਤ ਆ। ਮੈਂ ਪਹਿਲੇ ਵੀ ਇਹ ਜ਼ਿਕਰ ਕੀਤਾ ਸੀ ਆਪਣੀ ਇੰਟਰਵਿਊਜ਼ ਦੇ ਵਿੱਚ ਕਿ ਜਦੋਂ ਜਿਹੜੇ ਹੁਣ ਪ੍ਰੈਜ਼ੈਂਟ ਕ੍ਰਾਈਸਿਸ ਆ ਰਹੇ ਨੇ, ਇਹ ਜਦੋਂ 1920 ਚ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਸੀਗਾ, ਇਹ ਉਸ ਸਮੇਂ ਦਾ ਜਿਵੇਂ ਉਦੋਂ ਮਤਲਬ ਕਿ ਕਨਫਿਊਜ਼ਨ ਸੀਗੀ ਸਟੇਟ ਆਫ ਮਾਈਂਡ ਕਿ ਸਾਡਾ ਆਦੇਸ਼ ਕੀ ਹੋਣਾ ਚਾਹੀਦਾ। ਸਾਡਾ ਆਦੇਸ਼ ਆਪਣਾ ਪੰਜਾਬ ਖੁਦ ਮੁਖਤਿਆਰ ਹੋਵੇ, ਆਪਣੇ ਸਿੱਖ ਰਾਜ ਵੱਲ ਵਧਣਾ ਚਾਹੀਦਾ ਆਪਾਂ ਨੂੰ, ਜਿਹੜਾ ਕਿ ਲਾਸਟ ਰੂਲ ਟੂ ਫਾਲ ਅੰਡਰ ਦਾ ਬ੍ਰਿਟਿਸ਼ 1849 ਚ। ਦੂਜੇ ਪਾਸੇ ਇੰਡੀਅਨ ਨੈਸ਼ਨਲ ਕਾਂਗਰਸ ਨੇ 1882 ਚ ਆਪਣਾ ਆਦੇਸ਼ ਚੁਣ ਲਿਆ ਸੀ ਵੀ ਅਸੀਂ ਆਜ਼ਾਦ ਭਾਰਤ ਬਣਾਉਣਾ। ਜਿਹੜੀ ਮੁਸਲਿਮ ਲੀਗ ਸੀ ਉਹ 1906 ਚ ਹੋਂਦ ਚ ਆਈ ਹੈ। ਉਹਨਾਂ ਦਾ ਆਦੇਸ਼ ਸੀਗਾ ਕਿ ਅਸੀਂ ਮੁਸਲਿਮ ਹੋਮਲੈਂਡ ਬਣਾਉਣਾ। 1920 ਸ਼੍ਰੋਮਣੀ ਅਕਾਲੀ ਦਲ ਹੋਂਦ ਚ ਆਇਆ, ਪਰ ਇਹ ਆਪਣਾ ਆਦੇਸ਼ ਸਿਰਫ ਗੁਰਦੁਆਰਿਆਂ ਤੱਕ ਹੀ ਸੀਮਤ ਰੱਖ ਕੇ ਰਹਿ ਸਕੇ। ਇਹ ਗੋਲਕਾਂ ਤੇ ਕੰਟਰੋਲ ਲੈਂਦੇ ਅੱਜ ਸਿੱਖ ਪੰਥ ਤੋਂ ਆਪਣਾ ਕੰਟਰੋਲ ਗਵਾ ਚੁੱਕੇ, ਜਿਸ ਕਰਕੇ ਮਨਪ੍ਰੀਤ ਯਾਲੀ ਬੋਲ ਰਿਹਾ ਜਾਂ ਪ੍ਰੇਮ ਸਿੰਘ ਚੰਦੂ ਮਾਜਰਾ ਬੋਲ ਰਿਹਾ। ਇਹ ਉਹੀ ਪ੍ਰੇਮ ਸਿੰਘ ਚੰਦੂ ਮਾਜਰਾ ਹੈਗਾ ਜਿਹੜਾ ਕਿ ਕੁਝ ਸਾਲ ਪਹਿਲੇ ਸੌਦਾ ਸਾਧ ਨੂੰ ਆਪਣਾ ਪੂਜਨੀਏ ਪਿਤਾ ਕਹਿੰਦਾ ਸੀ ਕਿ ਇਹਨੂੰ ਮਾਫੀ ਦੇ ਕੇ ਇਹਦਾ ਮਾਫੀ ਮੰਗਣਾ ਸਾਡੇ ਪੰਥ ਲਈ ਬਹੁਤ ਮਹਾਨ ਇਹ ਸਾਡੀ ਜਿੱਤ। ਤੇ ਇਹ ਪੂਜਨੀਏ ਪਿਤਾ ਦਾ ਸਾਡੇ ਨਾਲ ਆਉਣਾ ਇਹ ਸਾਡੇ ਲਈ ਇੱਕ ਬਹੁਤ ਸ਼ੁਭ ਹੈਗਾ, ਮਤਲਬ ਕਿ ਸੰਦੇਸ਼। ਇਹ ਇਸ ਤਰ੍ਹਾਂ ਦੇ ਬੰਦੇ ਨਹੀਂ ਸੁਖਬੀਰ ਬਾਦਲ ਨੂੰ ਚੈਲੰਜ ਕਰ ਸਕਦੇ। ਇਹ ਪਹਿਲੇ ਆਪਣੇ ਪੀੜ੍ਹੀ ਹੇਠਾਂ ਦੇਖਣ। ਮਨਪ੍ਰੀਤ ਆਲੀ ਨੂੰ ਵੀ ਦੱਸਣਾ ਪਊਗਾ ਕਿ ਅੱਜ ਤੱਕ ਦਾ ਉਹਦਾ ਕੀ ਇਤਿਹਾਸ, ਉਹਨੇ ਸਿੱਖ ਕੌਮ ਲਈ ਅੱਜ ਤੱਕ ਕੀ ਆਵਾਜ਼ ਉਠਾਈ ਆ। ਹੁਣ ਜਦੋਂ ਉਹਨਾਂ ਨੂੰ ਆਪਣਾ ਪੋਲੀਟੀਕਲ ਜਿਹੜਾ ਹੈਗਾ ਰੌਸ਼ਨੀ, ਜਿਹੜਾ ਦੀਵਾ ਉਹ ਮੱਧਮ ਹੁੰਦਾ ਲੱਗਦਾ, ਤਾਂ ਹੁਣ ਪੰਥ ਦਾ ਆਸਰਾ ਲੈ ਰਹੇ ਆ, ਸਿੱਖ ਮੁੱਦੇ ਉਠਾ ਰਹੇ। ਜੀ, ਮਨਪ੍ਰੀਤ ਇਆਲੀ ਵੈਸੇ ਵੀ 117 ਚੋਂ 3 ਜਿੱਤੇ ਨੇ ਅਕਾਲੀ ਦਲ ਦੇ, ਉਹਨਾਂ ਦੇ ਵਿੱਚੋਂ ਇੱਕ ਨੇ ਮਨਪ੍ਰੀਤ ਇਆਲੀ। ਸੋ ਇਸ ਸਮੇਂ ਇੱਕ ਬਹੁਤ ਹੀ ਇੱਕ ਉਹਨਾਂ ਦੇ ਕੋਲ ਪ੍ਰੋਮੀਨੈਂਟ ਪੋਜੀਸ਼ਨ ਆ। ਉਹ ਐਮਐਲਏ ਨੇ, ਸਿਟਿੰਗ ਐਮਐਲਏ ਨੇ। ਸੋ ਇੱਕ ਉਹਨਾਂ ਨੇ ਜਿਹੜੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ, ਉਹਨਾਂ ਦੀ ਨਾਰਾਜ਼ਗੀ 'ਚ ਦਮ ਸੀ। ਉਹਨਾਂ ਦਾ ਕਹਿਣਾ ਸੀ ਕਿ ਪ੍ਰਧਾਨਗੀ ਕਿਸ ਰਾਸ਼ਟਰਪਤੀ ਦੇ ਕੈਂਡੀਡੇਟ ਨੂੰ ਵੋਟ ਪਾਣੀ ਉਹਦੀ ਸਲਾਹ ਉਹਨਾਂ ਨਾਲ ਕੀਤੀ ਨਹੀਂ ਗਈ ਹੈਗੀ, ਇਸ ਕਰਕੇ ਉਹ ਇਹਦੇ ਵਿੱਚ ਹਿੱਸੇਦਾਰੀ ਨਹੀਂ ਰੱਖਣਗੇ। ਅਗਰ ਆਪਾਂ ਅੱਜ ਦੇ ਮੌਜੂਦਾ ਹਾਲਾਤ 'ਚ ਗੱਲ ਕਰੀਏ, ਕਿਉਂਕਿ ਜੀ ਜਿਹੜੀ ਇਹਨਾਂ ਦੀ ਚੌਂਦਾ ਕਮੇਟੀ ਦੀ ਰਿਪੋਰਟ ਆਈ ਹੈ, ਉਸ ਰਿਪੋਰਟ ਦੇ ਵਿੱਚ ਜੋ ਇਹਨਾਂ ਨੇ ਕਿਹਾ ਕਿ ਅਕਾਲੀ ਵਰਕਰਾਂ ਦੀ ਧਰਾਤਲ ਤੇ ਗਰਾਊਂਡ ਲੈਵਲ ਦੇ ਉੱਤੇ ਜਿਹੜੇ ਵਰਕਰ ਕੰਮ ਕਰਦੇ ਨੇ, ਉਹਨਾਂ ਦੀਆਂ ਸ਼ਿਕਾਇਤਾਂ ਨੇ। ਉਹਨਾਂ ਦੀ ਸ਼ਿਕਾਇਤਾਂ ਦੇ ਵਿੱਚ ਇਹ ਵੀ ਉਹਨਾਂ ਦੀ ਰਿਕਮੈਂਡੇਸ਼ਨ ਸੀ ਕਿ ਟੌਪ ਲੀਡਰਸ਼ਿਪ ਨੂੰ ਬਦਲ ਦਿੱਤਾ ਜਾਵੇ। ਸੁਖਬੀਰ ਸਿੰਘ ਬਾਦਲ ਜੀ ਨੇ ਕੀ ਕੀਤਾ ਕਿ ਉਸ ਟੌਪ ਲੀਡਰਸ਼ਿਪ ਕਿਹੜੀ ਸੀ, ਉਹਦਾ ਨਾਮ ਤਾਂ ਉਸ ਕਮੇਟੀ ਦੇ ਵਿੱਚ ਨਹੀਂ ਲਿਆ ਗਿਆ। ਉਸ ਟੌਪ ਲੀਡਰਸ਼ਿਪ ਨੂੰ ਤਾਂ ਕੀ ਬਦਲਣਾ ਸੀ, ਉਹਨਾਂ ਨੇ ਜਿਹੜੀ ਇਹ ਕੋਰ ਕਮੇਟੀ ਸੀਗੀਆਂ ਉਹਨਾਂ ਨੂੰ ਹੀ ਭੰਗ ਕਰ ਦਿੱਤਾ। ਜਿਹੜੀਆਂ ਫੰਡਾਮੈਂਟਲ ਬੇਸਿਕ ਕਮੇਟੀ ਸੀ ਉਹਨਾਂ ਨੂੰ ਭੰਗ ਕਰ ਦਿੱਤਾ, ਜਿਹਦੇ ਖਿਲਾਫ ਨਾਰਾਜ਼ਗੀ ਪਾਰਟੀ ਦੇ ਵਿੱਚ ਹੈਗੀ ਆ। ਹੁਣ ਆਪਣੇ ਕੋਲੋਂ ਰਿਪੋਰਟ ਨਹੀਂ, ਆਪਾਂ ਨਹੀਂ ਕੁਝ ਕਹਿ ਸਕਦੇ, ਪਰ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਿਵੇਂ ਵੇਖਦੇ ਹੋ ਕਿ ਕੀ ਉਹ ਇਸ ਸਮੇਂ ਤੇ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਅਕਾਲੀ ਜਿਹੜੇ ਨੇ ਉਹ ਨਿਰਾਸ਼ ਨੇ? कहते ना मनवीर कि ये बेबसी की हकीकतें हैं, ये बेबसी की हकीकतें हैं, कुछ गमा के जलजले हैं, वो तनहा सी रह गुजर यूं जिंदगी के फलसफे हैं। ये इस स्थिति में आ गया जो अकाली दल। सुखबीर सिंह बादल अपने आप ਨੂੰ ਸੁਰੱਖਿਅਤ ਕਰਨ ਲਈ ਆਪਣੇ ਆਪ ਨੂੰ ਹੀ ਸੁਖਬੀਰ ਬਾਦਲ ਨੂੰ ਹੀ ਅਸਤੀਫਾ ਦੇ ਰਿਹਾ। ਸੁਖਬੀਰ ਬਾਦਲ ਦੀ ਹੀ ਪਿੱਠ ਥਾਪੜ ਰਿਹਾ, ਉਹਦੀ ਕਹਿ ਰਿਹਾ, ਉਹਨੂੰ ਸ਼ਾਬਾਸ਼ ਦੇ ਰਿਹਾ ਕਿ ਤੂੰ ਬੜਾ ਕਾਮਯਾਬੀ ਨਾਲ ਸ਼੍ਰੋਮਣੀ ਅਕਾਲੀ ਦਲ ਚਲਾ ਰਿਹਾ। ਉਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਕਹਿ ਰਿਹਾ
ਕਿ ਤੂੰ ਥੱਲੜਾ ਜਿਹੜਾ ਸਟਰਕਚਰ ਆ ਉਹ ਭੰਗ ਕਰ ਦੇ, ਇਹਦੇ ਨਾਲ ਸੁਖਬੀਰ ਬਾਦਲ ਦੀ ਵੀ ਪ੍ਰਧਾਨਗੀ ਨੂੰ ਪੱਕਿਆਂ ਕਰ ਲਿਆ। ਦੈਟ ਇਜ਼ ਵਾਟ ਇਜ਼ ਹੈਪਨਿੰਗ। ਮਨਪ੍ਰੀਤ ਆਲੀ ਨੇ ਚੰਗਾ ਕਦਮ ਚੱਕਿਆ, ਚੰਗਾ ਇਸ਼ੂ ਉਠਾਇਆ, ਅੱਜ ਉਠਾਇਆ, ਮੈਂ ਵੈਲਕਮ ਕਰਦਾ ਕਿ ਉਹਨੇ ਉਹ ਇਸ਼ੂ ਉਠਾਇਆ ਕਿ ਜਦੋਂ ਜੇਪੀ ਨੱਡਾ ਨੇ ਸੁਖਬੀਰ ਬਾਦਲ ਨੂੰ ਫੋਨ ਕੀਤਾ ਸੀ ਬੀਜੇਪੀ ਪ੍ਰੈਜ਼ੀਡੈਂਟ ਨੇ, ਤੇ ਉਹਨਾਂ ਨੇ ਸਪੋਰਟ ਮੰਗੀ ਸੀ, ਉਦੋਂ ਇਹਨਾਂ ਨੂੰ ਕੰਡੀਸ਼ਨਸ ਰੱਖਣੀਆਂ ਚਾਹੀਦੀਆਂ ਸੀ, ਨਹੀਂ ਇਹਨਾਂ ਨੂੰ ਵੋਟਿੰਗ ਪ੍ਰਕਿਰਿਆ ਵਿੱਚ ਜਾਣਾ ਨਹੀਂ ਸੀ ਚਾਹੀਦਾ। ਇਹ ਇਹਨਾਂ ਦਾ ਰੋਂਗ ਸਟੈਪ ਸੀਗਾ। ਮੈਂ ਉਦੋਂ ਵੀ ਆਵਾਜ਼ ਉਠਾਈ ਸੀ, ਮੈਂ ਅੱਜ ਵੀ ਕਹਿਣਾ ਕਿ ਜੋ ਕੁਛ ਅਕਾਲੀ ਦਲ ਵਿੱਚ ਹੋ ਰਿਹਾ ਇਹਨੂੰ ਦੀਵਾਰਾਂ ਦੇ ਵਿੱਚ ਨਾ ਘੇਰੋ। ਤੁਹਾਡੇ ਕੋਲੇ ਜੇ ਪੰਥ ਨੇ ਇੰਨਾ ਚਿਰ ਤੁਹਾਨੂੰ ਮਾਣ ਦਿੱਤਾ, ਜੇ ਤੁਹਾਡੇ ਮਾਣ ਕਰਕੇ ਹੀ ਅੱਜ ਬੀਬੀ ਗੁਰਜੀਤ ਕੌਰ ਪਿਛਲੇ 30 ਸਾਲਾਂ ਤੋਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਬੈਠੀ ਆ, ਆਪਣਾ ਸਾਰਾ ਪਰਿਵਾਰ ਵਾਰ ਕੇ, ਜਿਹੜਾ ਸਿੱਖ ਸੰਘਰਸ਼ ਦਾ ਸੰਦਰਭ ਉਹਨਾਂ ਨੇ ਚੱਲਿਆ, ਉਹਦੀ ਉਹ ਮੂੰਹ ਬੋਲਦੀ ਤਸਵੀਰ ਆ। ਬੀਬੀ ਗੁਰਜੀਤ ਕੌਰ 30 ਸਾਲਾਂ ਤੋਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਬੈਠੀ ਆ। ਤੁਸੀਂ 97 ਵਿੱਚ ਵਾਅਦੇ ਕਰਕੇ ਆਏ ਸੀ ਕਿ ਅਸੀਂ ਜੋ ਖੂਨ ਡੁੱਲਿਆ ਪੰਜਾਬ 'ਚ, ਜੋ ਸਾਡੇ ਵਰਗੀ ਨੌਜਵਾਨੀ ਪੰਜਾਬ 'ਚ ਰੁੜੀ ਆ, ਇੱਥੇ ਲਾਸ਼ਾਂ ਦੇ ਢੇਰ ਵਿਛੇ ਨੇ, 84 ਦੀ ਪੀੜ ਆ, ਵਾਰ ਕ੍ਰਾਈਮਸ ਦੀ ਸਾਡੀ ਮੰਗ ਆ, ਉਸ ਚੀਜ਼ ਵੱਲ ਇਹਨਾਂ ਨੇ ਧਿਆਨ ਨਹੀਂ ਦਿੱਤਾ। ਸਰਦਾਰ ਕੁਲਦੀਪ ਸਿੰਘ ਵਡਾਲਾ ਜਦੋਂ ਫਰਿਆਦ ਲੈ ਕੇ 1997 'ਚ ਇਹਨਾਂ ਕੋਲੇ ਆਏ, ਇਹਨਾਂ ਦੇ ਕਲੀਗ ਸੀ, ਸੀਨੀਅਰ ਲੀਡਰ ਸੀ, ਤਾਂ ਉਹਨਾਂ ਨੂੰ ਦਰ ਤੋਂ ਮੋੜਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿ ਮੇਰੇ ਨਾਲ ਕੋਈ ਪੰਜਾਬ ਪੱਖੀ, ਕੋਈ ਸਿੱਖ ਇਸ਼ੂਜ਼ ਬਾਰੇ ਕੋਈ ਗੱਲ ਨਹੀਂ ਕਰਨੀ, ਨਾ ਮੁੱਦਾ ਉਠਾਉਣਾ, ਵੈਸੇ ਜੇ ਕੋਈ ਹੋਰ ਕੰਮ ਆ ਤਾਂ ਮੈਨੂੰ ਦੱਸ। ਇਹ ਹੁਣ ਜਿਹੜੀਆਂ ਚੀਜ਼ਾਂ ਨੇ, ਇਹ ਚੀਜ਼ਾਂ ਨੇ ਅਕੂਮੂਲੇਟਿਵ ਇਫੈਕਟ ਹੋਇਆ, ਜਿਹਦੇ ਕਰਕੇ ਹੁਣ ਜੋ ਪਰਛਾਵਾਂ ਅਕਾਲੀ ਦਲ ਦਾ ਦੀਵਾ ਮੱਧਮ ਹੋ ਗਿਆ, ਮੱਧਮ ਕੀ ਇੱਕ ਤਰ੍ਹਾਂ ਬੁਝਣ ਦੇ ਕੰਢੇ ਖੜਾ। ਅੱਜ ਜੋ 1920 ਵਿੱਚ ਇਹਨਾਂ ਨੇ ਗਲਤ ਆਦੇਸ਼ ਚੁਣੇ ਸੀ, ਗੁਰਦੁਆਰੇ ਆਜ਼ਾਦ ਹੋ ਜਾਣੇ ਸੀ, ਜੇ ਆਪਣੇ ਕੋਲ ਪੋਲੀਟੀਕਲ ਤਾਕਤ ਹੁੰਦੀ, ਆਪਣੀ ਮੰਗ ਮੁਸਲਿਮ ਲੀਗ ਵਾਂਗੂ ਸਿੱਖ ਹੋਮਲੈਂਡ ਦੀ ਹੁੰਦੀ, ਉਦੋਂ ਵੀ ਸਿੱਖ ਹੋਮਲੈਂਡ ਵਿੱਚ ਸਾਰੀਆਂ ਮਤਲਬ ਕਿ ਦੂਜੇ ਧਰਮਾਂ ਦੇ ਲੋਕ ਵੀ ਬੜਾ ਸੁਖੀ ਰਹਿੰਦੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਦੁਨੀਆ ਵਿੱਚ ਅੱਜ ਤੱਕ ਦਾ ਪਿਛਲੇ ਸਦੀਆਂ ਦਾ ਸਾਰਿਆਂ ਨਾਲੋਂ ਬਿਹਤਰੀਨ ਰਾਜ ਮੰਨਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਵੀ ਅਗਰ ਆਪਾਂ ਗੱਲ ਕਰ ਲਈਏ, ਉਹ ਖੈਰ ਆਪਾਂ ਇੱਕ ਅਲੱਗ ਉਹਦੇ 'ਚ ਕਰਾਂਗੇ, ਕਿਉਂਕਿ ਇੱਥੇ ਵੀ ਥੋੜਾ ਕਨਫਲਿਕਟ ਆਫ ਇੰਟਰਸਟ ਹੈਗਾ ਮੈਨੂੰ ਲੱਗਦਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਇੱਕ ਮੋਨਾਰਕਿਸਟ ਰਾਜ ਸੀਗਾ, ਉਹਦੇ 'ਚ ਵੀ ਬਹੁਤ ਫਲॉ ਸੀਗੇ, ਆਪਾਂ ਉਹਨੂੰ ਸਿੱਖ ਐਮਪਾਇਰ ਨਹੀਂ ਕਹਿ ਸਕਦੇ। ਔਰ ਇਹੀ ਅਗਰ ਅੱਜ ਆਪਾਂ ਸੁਖਬੀਰ ਸਿੰਘ ਬਾਦਲ ਹੋਣਾ, ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਜਿਹੜੇ ਪਰਿਵਾਰਾਂ ਦੀ ਰਾਜਨੀਤੀ ਨੂੰ ਦੇਖੀਏ, ਤਾਂ ਉਹ ਵੀ ਇਹੀ ਸੋਚਣਾ ਚੱਲਦੇ ਸੀ ਕਿ ਸਾਡਾ 25 ਸਾਲ ਰਾਜ ਰਹੇਗਾ, ਸਾਡਾ ਕਿੰਨੇ ਸਾਲ ਰਾਜ ਰਹੇਗਾ। ਮੈਂ ਵਾਪਿਸ ਉਸ ਟੌਪਿਕ ਤੇ ਲੈ ਕੇ ਆਉਣਾ ਚਾਹੁੰਦੀ, ਕੁਕੀ ਗਿੱਲ ਜੀ ਤੁਸੀਂ ਗੱਲ ਸਟਾਰਟ ਕੀਤੀ ਕਿ ਜਿਹੜੇ ਜਿਨ੍ਹਾਂ ਨੇ ਸੰਤਾਪ ਭੋਗਿਆ, ਉਹਨਾਂ ਦੇ ਥਰੂ ਸੁਖਬੀਰ ਸਿੰਘ ਬਾਦਲ ਜੀ ਨੇ ਕੋਸ਼ਿਸ਼ ਕੀਤੀ ਕਿ ਜਿਹੜੇ ਖਾੜਕੂਵਾਦ ਦੀ ਲਹਿਰ ਸਮੇਂ ਦੇ ਸਿੱਖ ਸੀਗੇ, ਸਿੰਘ ਸੀਗੇ, ਬੰਦੀ ਸਿੰਘ ਸੀਗੇ, ਉਹਨਾਂ ਦੀ ਰਿਹਾਈ ਦਾ ਮੁੱਦਾ ਚੱਕ ਕੇ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਜੀ ਨੇ 2022 ਵਿਧਾਨ ਸਭਾ ਚੋਣਾਂ ਤੋਂ ਬਾਅਦ ਕੋਸ਼ਿਸ਼ ਕੀਤੀ ਕਿ ਕੀ ਉਹ ਆਪਣੀ ਪਾਰਟੀ ਨੂੰ ਦੁਬਾਰਾ ਖੜਾ ਕਰ ਸਕਣ, ਉਹ ਪੰਥਕ ਸਫਾਂ ਦੇ ਵਿੱਚ ਅੱਗੇ ਆ ਸਕਣ। ਸਿਮਰਨਜੀਤ ਸਿੰਘ ਮਾਨ ਨਾਲ ਹੀ ਉਹ ਅੱਖ ਮਾਰ ਕੇ ਉਹਨਾਂ ਨੇ ਖਾਲਿਸਤਾਨ ਵਾਲੀ ਗੱਲ ਨੂੰ ਉੱਥੇ ਘੁਮਾਇਆ, ਔਰ ਬਾਅਦ ਵਿੱਚ ਸੰਗਰੂਰ ਚੋਣਾਂ ਦੇ ਵਿੱਚ ਉਹ ਜਿੱਤ ਜਾਂਦੇ ਔਰ ਜ਼ਮਾਨਤ ਜ਼ਬਤ ਹੋ ਜਾਂਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ। ਕੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਇਹ ਰੈਡੀਕਲ ਸਿੱਖਾਂ ਵੱਲ ਨੂੰ ਜਾਣਾ ਜਾਂ ਬੰਦੀ ਸਿੱਖਾਂ ਦੀ ਰਿਹਾਈ ਦਾ ਜਿਹੜਾ ਮੁੱਦਾ ਉਠਾਣਾ, ਕਿੱਥੇ ਸੁਖਬੀਰ ਸਿੰਘ ਬਾਦਲ ਜੀ ਜਦੋਂ ਆਪਣੀ ਸਰਕਾਰ 'ਚ ਸੀਗੇ, ਉਸ ਟਾਈਮ ਉਹ ਕਹਿੰਦੇ ਸੀ ਕਿ ਅਸੀਂ ਕੁਝ ਨਹੀਂ ਕਰ ਸਕਦੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਕਿੱਥੇ ਉਹਨਾਂ ਨੇ ਹੁਣ ਪਾਰਲੀਮੈਂਟ ਦੇ ਸਾਹਮਣੇ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਨੇ ਗਾਣਾ ਗਾਇਆ, ਉਹ ਗਾਣਾ ਜਿਹੜਾ ਬੈਨ ਕਰ ਦਿੱਤਾ ਗਿਆ ਸਰਕਾਰ ਵੱਲੋਂ। ਤੁਹਾਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੁਣ ਵਾਪਿਸ ਆਣਗੇ, ਅਸਾਈਲਮ ਲੈਣਗੇ ਆਪਣੇ ਪੰਥ ਦੇ ਪੁਰਾਣੇ ਰੈਡੀਕਲ ਮੁੱਦਿਆਂ ਦੇ ਵਿੱਚ? ਕਿਉਂਕਿ ਜਿਹੜਾ ਇਹਨਾਂ ਦਾ 15 ਸਾਲ ਦਾ ਰਾਜ ਹੈ ਨਾ, ਜਿਹੜਾ ਪ੍ਰੈਜ਼ੈਂਟ 97 ਤੋਂ ਸ਼ੁਰੂ ਹੁੰਦਾ, ਉਹਦੇ 'ਚ ਇਹਨਾਂ ਨੇ ਆਪਣਾ ਦੀਵਾ ਉਹਨਾਂ ਤੇਲਾਂ ਨਾਲ ਬਾਲਿਆ ਜਿਹੜੇ ਤੇਲਾਂ ਨੇ ਸਿੱਖ ਨੌਜਵਾਨੀ ਖਾਧੀ, ਸਿੱਖ ਨੌਜਵਾਨੀ ਨੂੰ ਖਿਲਾਰਿਆ, ਉਹਨਾਂ ਦਾ ਵੈਸ਼ਿਆਨਾ ਕਤਲ ਕੀਤੇ, ਬਲਵਿੰਦਰ ਜਟਾਣੇ ਵਰਗੇ ਸ਼ਹੀਦ ਦੀਆਂ ਪਰਿਵਾਰ ਖਿਲਾਰਦੇ, ਉਹਨਾਂ ਦਾ ਘਰ ਢਹਿ ਗਏ ਇਹਨਾਂ ਨੇ। ਕਿ ਉਹ ਜਿਹੜੇ ਤੇਲ ਬਾਲ ਕੇ ਆਪਣਾ ਦੀਵਾ ਬਾਲਿਆ ਸੀ, ਉਹ ਦੀਵਾ ਬੁਝ ਗਿਆ। ਹੁਣ ਇਹ ਭਾਲਦੇ ਆ ਉਸ ਨੌਜਵਾਨੀ ਦਾ ਜਿਹੜਾ ਡੁੱਲੇ ਖੂਨ ਦਾ ਤੇਲ, ਇਹ ਇਸ ਦੀਵੇ ਵਿੱਚ ਨਹੀਂ ਪੈਣਾ। ਜਿੰਨਾ ਮਰਜ਼ੀ ਇਹਨੂੰ ਰੰਗ ਬਦਲ ਲਓ, ਜਿੰਨਾ ਮਰਜ਼ੀ ਤੁਸੀਂ ਤੇਲ ਪਾ ਲਓ, ਜਿੰਨੇ ਮਰਜ਼ੀ ਮੁੱਦੇ ਠਾ ਲਓ, ਇਹ ਚੀਜ਼ ਇਹਨਾਂ ਦੇ ਹੁਣ ਸੰਦਰਭ ਵਿੱਚ ਨਹੀਂ ਆਉਣੀ ਅਨਲੈਸ ਅੰਟਲ ਇਹ ਆਪਣੇ 15 ਸਾਲ ਦੇ ਰੂਲ ਦੌਰਾਨ, ਜਿਹੜਾ ਕਹਿੰਦੇ ਕਿ ਅਸੀਂ ਜਿਸ ਡੀਜੀਪੀ ਦਾ ਨਾਂ ਆ ਰਿਹਾ ਬਾਰ-ਬਾਰ ਕਿ ਅਸੀਂ ਤਾਂ ਬੀਜੇਪੀ ਦੀ ਸਿਫਾਰਿਸ਼ ਤੇ ਲਾਇਆ ਸੀ। ਮੈਂ ਇਹ ਵੀ ਇੱਥੇ ਜੋੜਨਾ ਚਾਹੂੰਗਾ ਮਨਵੀਰ ਕਿ ਜਦੋਂ 1975 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੀ ਤੇ ਸਿੱਖ ਕੌਮ ਦੀ ਖਾਸ ਕਰਕੇ
ਟੱਕਰ ਇੰਦਰਾ ਗਾਂਧੀ ਨਾਲ ਲਈ ਸੀ, ਜਿੰਨਾ ਕਰਕੇ ਲਈ ਸੀ, ਜਿੰਨਾ ਕਾਰਨਾਂ ਕਰਕੇ ਲਈ ਸੀ। ਜਦੋਂ ਉਹਨਾਂ ਦਾ ਰਾਜ ਆਇਆ, ਕੀ ਜੈ ਪ੍ਰਕਾਸ਼ ਨੈਣ ਉਹਨਾਂ ਨੇ ਸਿੱਖ ਕੌਮ ਦੀ ਬਾਂਹ ਫੜੀ? ਕੀ ਉਹਨਾਂ ਨੇ ਸਾਨੂੰ ਚੰਡੀਗੜ੍ਹ ਮੋੜਤਾ? ਕੀ ਸਾਡੇ ਪਾਣੀਆਂ ਦੇ ਹੱਕ ਦੇਤੇ? ਕੀ ਸਾਡਾ ਭਾਖੜਾ ਸਾਨੂੰ ਦੇਤਾ? ਜਾਂ ਸਾਡੇ ਹੋਰ ਮੁੱਦੇ ਖੜੇ ਸੀ? ਸਾਡੀ ਰਾਜਧਾਨੀ ਜਿਹੜਾ ਸੀ ਐਡਾ ਇਸ਼ੂ, ਸਾਡੀ ਪੰਜਾਬ ਯੂਨੀਵਰਸਿਟੀ ਦੀ ਖੁਦ ਮੁਖਤਿਆਰੀ ਸਾਨੂੰ ਅੱਜ ਤੱਕ ਨਹੀਂ ਮਿਲੀ, ਹੁਣ ਤਾਂ ਸਾਡੇ ਹੱਥੋਂ ਜਾ ਰਹੀ ਆ। ਅੱਜ ਇੰਡੀਆ ਦਾ ਹੋਮ ਮਿਨਿਸਟਰ ਚੰਡੀਗੜ੍ਹ ਆਇਆ ਹੋਇਆ, ਤੇ ਬਹੁਤ ਵੱਡਾ ਪਰਛਾਵਾਂ ਇਹ ਖਾਦਸਾ ਵੀ ਆ ਵੀ ਕਿਤੇ ਅੱਜ ਉਹ ਜ਼ਮੀਨ ਜਿਹੜੀ ਚੰਡੀਗੜ੍ਹ ਦੀ ਆ ਉਹਦੇ 10 ਕਿੱਲੇ ਜਿਹੜੇ ਆ ਉਹ ਹਰਿਆਣੇ ਨੂੰ ਸੌਂਪ ਨਾ ਦੇਵੇ। ਸਾਡਾ ਹਰਿਆਣੇ ਸੂਬੇ ਨਾਲ ਕੋਈ ਵੈਰ ਨਹੀਂਗਾ, ਸਾਨੂੰ ਸਾਡੇ ਹੱਕਾਂ ਦੀ ਆਵਾਜ਼ ਉਠਾਉਣ ਦਾ ਹੱਕ ਆ। ਜੇ ਤਸਵੀਰ ਸਾਂਭਣੀ ਆ, ਸਿੱਖ ਕੌਮ ਦਾ ਦਰਦ ਸਾਂਭਣਾ, ਪਹਿਲੇ ਉਸ ਤਰ੍ਹਾਂ ਦਾ ਤੁਸੀਂ ਆਪਣਾ ਸ਼ੀਸ਼ਾ ਬਣਾਓ ਜਿਹਦੇ ਵਿੱਚ ਉਹ ਸਾਂਭੀ ਜਾ ਸਕੇ, ਉਸ ਤਰ੍ਹਾਂ ਦਾ ਫਰੇਮਵਰਕ ਬਣਾਓ, ਉੱਦਾਂ ਦਾ ਸਟਰਕਚਰ ਸੈਟਅਪ ਫਰੋਮ ਪਹਿਲੇ ਟੌਪ ਨੂੰ ਪਰੇ ਕਰਨਾ ਪਊਗਾ, ਫਿਰ ਬਾਟਮ ਤੋਂ ਚੱਲਣਾ ਪਊਗਾ। ਕੈਡਰ ਮੌਜੂਦ ਆ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ, ਪਰ ਉਹ ਬੇਬਸ ਨੇ ਕਿ ਉਹਨਾਂ ਕੋਲ ਜਿਹੜੀ ਲੀਡਰਸ਼ਿਪ ਆ ਉਹ ਸਾਡੀ ਤਰਜਮਾਨੀ ਨਹੀਂ ਕਰ ਸਕੀ। ਇਹਨਾਂ ਦਾ 15 ਸਾਲ ਦਾ ਰੂਲ ਦਾ ਇਤਿਹਾਸ ਆ, ਉਹ ਦੇਖ ਲਓ। ਪਿੱਛੇ ਜਾ ਕੇ ਸਰਜੀਤ ਸਿੰਘ ਬਰਨਾਲੇ ਦਾ ਰਾਜ ਦੇਖ ਲਓ। ਇਹਨਾਂ ਨੇ ਅਜਾਇਬ ਘਰ ਵਿੱਚ ਸੰਤ ਹਰਚੰਦ ਸਿੰਘ ਲਾਗੋਵਾਲ ਵਰਗਿਆਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਨੇ। ਉਹ ਬੰਦੇ ਨੇ ਜਿਨ੍ਹਾਂ ਨੇ 1985 ਦੇ ਵਿੱਚ ਪੰਜਾਬ ਵੇਚਿਆ, ਸਿੱਖ ਕੌਮ ਦੀ ਅਣਖ, ਉਹਦੀ ਸ਼ਾਨ, ਉਹਦੇ ਹੱਕ ਵਿੱਚ। ਇਹ ਦੱਸਣਾ ਪਊਗਾ, ਐਕਸਪਲੇਨ ਕਰਨਾ ਪਊਗਾ ਕਿ ਕਿਉਂ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਗਲੀਆਂ 'ਚ ਰੁਲਿਆ, ਉਹਦੇ ਟੁਕੜੇ ਟੁਕੜੇ ਕਰਕੇ ਖਿਲਾਰਿਆ ਗਿਆ, ਜਿਹਦਾ ਸਾਨੂੰ ਅੱਜ ਤੱਕ ਜਵਾਬ ਨਹੀਂਗਾ। ਉਹ ਜਿਹੜੀ ਇਨਵੈਸਟੀਗੇਸ਼ਨ ਆ, ਫਲॉड ਇਨਵੈਸਟੀਗੇਸ਼ਨ ਆ, ਉਹ ਇੱਕ ਐਂਗਲ ਤੇ ਦੇਖ ਰਹੇ ਆ, ਉਹਦਾ ਜਵਾਬ ਅੱਜ ਦੇ ਸਮੇਂ ਵਿੱਚ ਸਿੱਖ ਕੌਮ ਨੂੰ ਤੇ ਪੰਜਾਬ ਨੂੰ ਦੇਣਾ। ਜੀ, ਚੌਂਦਾ ਕਮੇਟੀ ਦੀ ਰਿਪੋਰਟ ਨੇ ਵੀ ਕਿਹਾ ਕਿ ਜਿਹੜੀ ਪਿਛਲੀ ਵਾਰ ਦੀਆਂ 2 ਟਰਮਸ ਅਕਾਲੀ ਦਲ ਦੀਆਂ ਸੀਗੀਆਂ, ਜਿਹਦੇ ਵਿੱਚ ਅਕਾਲੀ ਦਲ ਦਾ ਰਾਜ ਸੀ ਪੰਜਾਬ ਦੇ ਵਿੱਚ, ਉਸ ਟਾਈਮ ਜੋ ਗਲਤੀਆਂ ਹੋਈਆਂ, ਉਹਨਾਂ ਗਲਤੀਆਂ ਦੀ ਮਾਫੀ ਪੰਥ ਤੋਂ ਮੰਗ ਲਈ ਜਾਵੇ। ਉਹ ਗਲਤੀਆਂ ਕੀ ਸੀਗੀਆਂ ਇਹ ਤਾਂ ਉਹਨਾਂ ਨੇ ਸਪਸ਼ਟ ਵਿੱਚ ਮੈਨੂੰ ਨਹੀਂ ਲੱਗਦਾ, ਕਿਉਂਕਿ ਜਨਤਕ ਨਹੀਂ ਹੋਈ ਰਿਪੋਰਟ। ਗਲਤੀਆਂ ਹੀ ਹੋ ਸਕਦੀਆਂ ਨੇ ਬੇਅਦਬੀਆਂ ਤੋਂ ਬਾਅਦ ਦਾ ਜਿਹੜਾ ਗੋਲੀ ਕਾਂਡ ਹੋਇਆ, ਉਸ ਤੋਂ ਬਾਅਦ ਸੁਮੇਧ ਸੈਣੀ ਨੂੰ ਡੀਜੀਪੀ ਲਾਉਣਾ, ਇਦਾਂ ਦੀਆਂ ਹੋਰ ਮਿਸਟੇਕਸ, ਡੇਰਾ ਸਿਰਸਾ ਵਾਲਾ। ਕੀ ਤੁਹਾਨੂੰ ਲੱਗਦਾ ਰਣਜੀਤ ਸਿੰਘ ਜੀ ਕਿ ਅਗਰ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੀ ਉਹ ਟੌਪ ਲੀਡਰਸ਼ਿਪ ਮਾਫੀ ਮੰਗਦੀ ਆ ਪੰਥ ਤੋਂ, ਤਾਂ ਇਹ ਉਹਨਾਂ ਨੂੰ ਦੁਬਾਰਾ ਭਰੋਸੇਯੋਗਤਾ ਜਿਹੜੀ ਉਹਨਾਂ ਦੀ ਆ ਪੰਥਕਤਾ ਦੀ, ਪੰਥਕ ਲੋਕਾਂ ਦੇ ਵਿੱਚ ਬਣ ਸਕੇਗੀ? ਪਹਿਲੇ ਤਾਂ ਮੈਂ ਸਿਰਫ ਇੱਕ ਚੀਜ਼ ਕਰੈਕਟ ਕਰਨਾ ਚਾਹੁੰਦਾ ਕਿ ਨੋ ਡਾਊਟ ਮਹਾਰਾਜਾ ਰਣਜੀਤ ਸਿੰਘ ਵਾਸ ਅ ਮਨਾਰਕ, ਪਰ ਇੱਕੋ ਇੱਕ ਰਾਜਾ ਮਹਾਰਾਜਾ ਜਾਣਿਆ ਗਿਆ ਜਿਹਨੂੰ ਸੰਬੋਧਨ ਕਰਨ ਲੱਗੇ ਲੋਕ ਕਹਿੰਦੇ ਸੀ ਕਿ ਇਹ ਸਾਡੀ ਸਰਕਾਰ। ਅਸੀਂ ਉਹ ਚਾਹੁੰਦੇ ਹਾਂ ਕਿ ਜਿਹੜੀਆਂ ਗਵਰਨਮੈਂਟਸ ਬਣਨ ਪੰਜਾਬ 'ਚ, ਉਹਨਾਂ ਨੂੰ ਲੋਕੀ ਚਾਅ ਨਾ ਕਹਿ ਸਕਣ ਕਿ ਸਰਕਾਰ ਆ। ਜਿਹੜੇ ਹੁਣ ਬਹੁਤ ਵਧੀਆ ਰਾਜ ਪ੍ਰਬੰਧ ਸੀ ਉਸ ਸਮੇਂ। ਹਾਂ, ਇਸ ਕਰਕੇ ਇਹ ਨਾ ਕਹੋ ਕਿ ਜਿਹੜੇ ਅੱਜ ਸਰਕਾਰ ਦਰਬਾਰੀ ਬੈਠੇ ਨੇ ਉਹ ਇੱਕ ਨਾਮੀ ਮੈਡੀਕਲ ਜਿਹੜਾ ਇੰਸਟੀਚਿਊਟ ਦਾ ਵਾਈਸ ਚਾਂਸਲਰ ਹੈ, ਜਿਹੜਾ ਕਿ ਬੜਾ ਰਿਪਿਊਟਡ ਸਰਜਨ ਆ, ਸਪੇਨ ਤੋਂ ਆਇਆ ਹੋਇਆ, ਜਿਹਦਾ ਕਿ ਨਾਂ ਆਪਣੇ ਪ੍ਰੋਫੈਸ਼ਨਸ ਦੇ ਵਿੱਚ। ਉਹਨੇ ਅੱਜ ਭਾਵੇਂ ਰਿਜ਼ਾਈਨ ਕਰਤਾ, ਉਹਦੀ ਸੋਲਿਡੈਰਿਟੀ ਦੂਸਰੇ ਮੈਡੀਕਲ ਪ੍ਰੋਫੈਸ਼ਨ ਵੀ ਆ ਰਿਹਾ। ਉਹਨਾਂ ਨੂੰ ਐ ਬੇਇੱਜ਼ਤ ਨਾ ਕਰੋ। ਪਹਿਲੇ ਰਾਜ ਕਰਨ ਲਈ ਨਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜ੍ਹ ਲਓ ਵੀ ਉਹਨੂੰ ਕਿਉਂ ਸਰਕਾਰ ਕਰਕੇ ਜਾਣਿਆ ਜਾਂਦਾ ਸੀ। ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਰਕਾਰ ਬਣਾ ਕੇ ਭੇਜਿਆ ਸੀ, ਨਾ ਕਿ ਉਹ ਰਾਜ ਦਰਬਾਰੀ ਬਣ ਕੇ ਹੰਕਾਰੀ ਬਣ ਜਾਣ, ਕਿ ਉਹਨਾਂ ਨੂੰ ਆਪਣੇ ਰੁਤਬਿਆਂ ਦਾ ਪਤਾ ਨਾ ਹੋਵੇ ਵੀ ਕਿਵੇਂ ਇੱਕ ਪ੍ਰੋਫੈਸ਼ਨਲ ਨਾਲ ਕਿਵੇਂ ਪ੍ਰੋਫੈਸ਼ਨਲੀ ਡੀਲ ਕਰਨਾ। ਕਦੀ ਇਹਨਾਂ ਦਾ ਜਲੰਧਰ ਦੇ MLA ਦਾ ਇਸ਼ੂ ਉੱਠਦਾ, ਕਦੀ ਕਿਸੇ ਬੀਬੀ MLA ਦਾ ਇਸ਼ੂ ਉੱਠਦਾ। ਉਹ ਚੀਜ਼ ਸ਼ੋਅ ਕਰ ਰਹੀ ਹੈ ਕਿ ਪੰਜਾਬ ਨੂੰ ਗਵਰਨ ਕਰ ਰਿਹਾ ਦਿੱਲੀ ਦਰਬਾਰ। ਇਹ ਸਮਝੇ ਨਹੀਂ ਸਾਡੀਆਂ ਪੀੜਾਂ, ਨਾ ਸ਼੍ਰੋਮਣੀ ਅਕਾਲੀ ਦਲ ਸਮਝਿਆ। ਇਹਨਾਂ ਨੂੰ ਇਸ ਲੀ ਦਾ ਨਹੀਂ ਪਤਾ कि सिर्फ प्राण निकलने पर ही मौत नहीं होती, बल्कि वो भी मरे हुए हैं जो अपने हक अधिकार खामोशी से खत्म होते हुए देखते हैं। ये आ संदर्भ पंजाब च बुनिया जा रहा, खामोशी ना जिल्लत लोकी झल रहे ने। इन्हां ने भी उस संदर्भ नूं श्रोमणी अकाली दल की लीडरशिप, खास करके एक परिवार ने, उन्होंने सिख कौम नूं नहीं सिरजिया, उन्होंने अपना परिवार सिरजिया जिहदियां कि हुण नीआं खुर गईआं। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਟੌਪ ਲੀਡਰਸ਼ਿਪ ਨੂੰ ਬਦਲਣ ਦੀਆਂ ਗੱਲਾਂ ਅਗਰ ਚੱਲ ਰਹੀਆਂ ਨੇ, ਜਿਵੇਂ ਹੁਣ ਪਾਰਟੀ ਦੇ ਵੱਡੇ ਲੀਡਰ ਜਿਹੜੇ ਆ ਉਹ ਨੁਕਤਾਚੀਨੀ ਕਰਨ ਲੱਗ ਗਏ ਸੁਖਬੀਰ ਸਿੰਘ ਬਾਦਲ ਜੀ ਦੀ। ਅਗਰ ਬਾਦਲ ਨਹੀਂ ਹੋਣਗੇ ਤਾਂ ਫਿਰ ਬਾਦਲਾਂ ਦਾ ਬਦਲ ਕੌਣ ਹੋਏਗਾ? ਕੀ ਤੁਸੀਂ ਪਾਰਟੀ 'ਚ ਕਿਸੇ ਨੂੰ ਦੇਖਦੇ ਹੋ ਕਿ ਇਫ ਨਾਟ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਤਾਂ ਦੈਨ ਹੂ? ਇਹਨਾਂ ਨੂੰ ਇੱਕ ਤਾਂ ਨਾ ਮਨਵੀਰ ਇਹ ਸਮਝ ਲੈਣਾ ਚਾਹੀਦਾ ਕਿ ਦ ਕਿਉਰ ਦੇ ਆਰ ਲੁਕਿੰਗ ਫॉर ਆਫ ਦਾ ਡਿਜ਼ੀਜ਼, ਜਿਹੜਾ ਡਿਜ਼ੀਜ਼ ਦਾ ਕਿਉਰ ਲੱਭ ਰਿਹਾ,
ਇਟਸ ਈਵਨ ਵਰਸਟ ਦੈਨ ਦ ਡਿਜ਼ੀਜ਼, ਕਿਉਂਕਿ ਇਹਨਾਂ ਨੇ ਟੌਪ ਤੋਂ ਬਾਟਮ ਤੱਕ ਇਦਾਂ ਦੀ ਲੀਡਰਸ਼ਿਪ ਅੱਗੇ ਲਿਆਂਦੀ ਜਿਹੜੀ ਕਿ ਰੋਟਨ ਟੂ ਦਾ ਕੋਰ ਆ। ਜੇ ਅਕਾਲੀ ਦਲ ਦੁਆਰਾ ਸਿਰਜਣਾ, ਜਿਹਦਾ ਕਿ ਸਿੱਖ ਕੌਮ ਨੂੰ ਬਹੁਤ ਅਹਿਮੀਅਤ ਹੈਗੀ ਆ ਕਿ ਸਾਡਾ ਕੋਈ ਪੋਲੀਟੀਕਲ ਫਰੰਟ ਹੋਵੇ, ਕਿਉਂਕਿ ਅਸੀਂ ਮੈਜੋਰਿਟੇਰੀਅਨ ਰਜੀਮ ਵਿੱਚ ਰਹਿ ਰਹੇ ਹਾਂ, ਉਹਦੇ ਵਿੱਚ ਮਿਨੋਰਟੀਜ਼ ਕੋਲੇ ਸਟਰੋਂਗ ਪੋਲੀਟੀਕਲ ਪਾਰਟੀ ਹੋਣੀ ਚਾਹੀਦੀ ਜਿਹੜੀ ਉਹਨਾਂ ਦੇ ਪੋਲੀਟੀਕਲ ਇੰਟਰਸਟ ਨੂੰ ਮਤਲਬ ਕਿ ਫਾਰਮੀਡੇਬਲ ਤਰੀਕੇ ਨਾਲ ਮੈਜੋਰਿਟੇਰੀਅਨ ਜਿਹੜਾ ਪੋਲੀਟੀਕਲ ਥਾਟ ਆ ਉਹਦੇ ਅੱਗੇ ਰੱਖ ਸਕੇ। ਇੰਡੀਆ ਦੇ ਵਿੱਚ ਬਹੁਤ ਵੱਡੀ ਥ੍ਰੈਟ ਆ ਜਿਹੜੀ ਕਿ ਸਭ ਦੇ ਸਾਹਮਣੇ ਆ ਰਹੀ ਹੈ ਕਿ ਇੱਥੇ ਟੋਟਲੀਟੇਰੀਅਨ ਰਜੀਮ ਚੱਲ ਰਿਹਾ ਜਿਹੜਾ ਕਿ ਟੋਲਰੇਟ ਨਹੀਂ ਕਰ ਰਿਹਾ ਕਿਸੇ ਤਰ੍ਹਾਂ ਦੀ ਡਿਸੈਂਟ। ਇਹਨਾਂ ਨੂੰ ਅੱਖਾਂ ਮੀਚ ਕੇ ਇੱਕ ਫੋਨ ਕਾਲ ਆਏ ਤੇ ਬਗੈਰ ਸੋਚੇ ਚਲੇ ਨਹੀਂ ਜਾਣਾ ਚਾਹੀਦਾ, ਜਿਹਦੇ ਬਾਰੇ ਮਨਪ੍ਰੀਤ ਆਲੀ ਨੇ ਬਹੁਤ ਬਿਹਤਰੀਨ ਤਰੀਕੇ ਨਾਲ ਆਪਣੀ ਆਵਾਜ਼ ਦੱਸੀ ਹੈ। ਜੇ ਅਕਾਲੀ ਦਲ ਦੁਆਰਾ ਸਾਹਮਣੇ ਲਿਆਉਣਾ ਸਿੱਖ ਕੌਮ 'ਚ ਤਾਂ ਇਹਨਾਂ ਨੂੰ ਅਕਾਲੀ ਦਲ ਦੀਆਂ ਸਫਾਂ 'ਚੋਂ ਬਾਹਰ ਜਾਣਾ ਪਊਗਾ, ਕਿਉਂਕਿ ਜਿਹੜੀ ਕਿਉਰ ਇਹ ਲੱਭ ਰਹੇ ਨੇ ਇਟ ਇਜ਼ ਈਵਨ ਵਰਸ ਦੈਨ ਦ ਡਿਜ਼ੀਜ਼। ਤੁਹਾਡੇ ਸਾਹਮਣੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰੇ ਦਾ ਇਤਿਹਾਸ ਪਿਆ, ਜਿਨ੍ਹਾਂ ਨੂੰ ਆਪਣੇ ਗੁਰੂ ਦੀ ਅਹਿਮੀਅਤ ਦਾ ਨਹੀਂ ਪਤਾ। ਇੱਕ ਬਾਬਾ ਜਿਹਦੇ ਤੇ ਰੇਪ ਦੇ ਕੇਸ ਨੇ, ਮਰਡਰ ਦੇ ਕੇਸ 'ਚੋਂ ਕਨਵਿਕਟ ਹੋਇਆ ਉਹਨੂੰ ਇਹ ਆਪਣਾ ਪੂਜਨੀय ਪਿਤਾ ਮੰਨ ਰਹੇ ਨੇ, ਉਹਦਾ ਜਵਾਬ ਕੌਣ ਦੇਊ? ਇਹਨਾਂ ਦੀਆਂ ਪਬਲਿਕ ਸਟੇਟਮੈਂਟਸ ਨੇ ਇਨ ਦਾ ਪ੍ਰੈਸ, ਅਖਬਾਰਾਂ 'ਚ ਛਪੀਆਂ ਹੋਈਆਂ। ਜੇ ਫੈਕਚੁਅਲ ਮੇਰੇ ਚੈੱਕ ਕਰਨੇ ਆ, ਯੂ ਕੈਨ ਚੈੱਕ ਇਟ। ਹੁਣ ਵੀ ਅਕਾਲੀ ਦਲ ਨੂੰ ਆਪਣੀ ਘੇਰਾਬੰਦੀ 'ਚੋਂ ਬਾਹਰ ਨਿਕਲ ਕੇ ਇਹਨਾਂ ਨੂੰ ਫੇਸ ਉਹ ਲੱਭਣਾ ਪਊਗਾ ਜਿਹਦੇ ਮਗਰ ਸਿੱਖ ਕੌਮ ਦਾ ਇਤਿਹਾਸ ਆ, ਜਿਹਨੇ ਪੀੜਾਂ ਝੱਲੀਆਂ ਨੇ ਪੰਥ ਦੀਆਂ, ਆਪਣੀ ਜ਼ਿੰਦਗੀਆਂ ਲਾਈਆਂ ਨੇ। ਇਹਨਾਂ ਨੂੰ ਉਹ ਸੋਚਾਂ ਵੱਲ ਜਾਣਾ ਪਊਗਾ, ਉਹ ਹੀ ਫੇਸ ਇਹਨਾਂ ਨੂੰ ਅੱਗੇ ਲਿਆਉਣੇ ਪੈਣਗੇ। ਜੇ ਸੋਚਣ ਕਿ ਉਹਨਾਂ ਦੀ ਸ਼ਹੀਦੀਆਂ ਦੇ ਲਹੂ ਤੇ ਉਹਨਾਂ ਦੇ ਖੂਨ ਡੁੱਲਿਆਂ ਨੂੰ ਦਾ ਮੁੱਲ ਲੈ ਕੇ ਅਸੀਂ ਆਪਣਾ ਦੀਵਾ ਬਾਲ ਲਾਂਗੇ, ਐਂ ਦੀਵਾ ਬਲਣਾ ਨਹੀਂ। ਜੇ ਤੁਸੀਂ ਕਹੋ ਵੀ ਸ਼ਹੀਦ ਜਟਾਣੇ ਦੀ ਫੋਟੋ ਲਾ ਕੇ ਤੁਸੀਂ ਆਪਣਾ ਅਜਾਇਬ ਘਰ ਨੂੰ ਸਜਾ ਲਓਗੇ, ਪਹਿਲੇ ਉੱਥੋਂ ਸੰਤ ਹਰਚੰਦ ਸਿੰਘ ਲੰਗੋਵਾਲ ਵਰਗਿਆਂ ਦੀਆਂ ਫੋਟੋਆਂ ਲਾਉਣੀਆਂ ਪੈਣਗੀਆਂ। ਉਹ ਪੁਰਾਣੀ ਸੋਚ ਛੱਡਣੀ ਪਊਗੀ। ਜਿਹਨੂੰ ਸ਼ਹੀਦ ਇਹ ਮੰਨਦੇ ਨੇ ਉਹਦੀ ਪਰਿਭਾਸ਼ਾ ਸਾਨੂੰ ਦੱਸਣੀ ਪਊਗੀ। ਇਸ ਕਰਕੇ ਸੋਚ ਲੈਣਾ ਚਾਹੀਦਾ ਕਿ ਯੂ ਆਰ ਰੋਟਨ ਟੂ ਦਾ ਕੋਰ। ਤੁਸੀਂ ਜੋ ਆਪਣਾ ਰਾਜ ਭਾਗ ਭਾਵੇਂ ਸੁਰਜੀਤ ਸਿੰਘ ਬਰਨਾਲੇ ਦੇ ਰਾਜ ਭਾਗ ਤੇ ਲੈ ਜਾਓ, ਚਾਹੇ ਹੁਣ 15 ਸਾਲ ਤੇ ਲੈ ਜਾਓ, ਚਾਹੇ ਸੰਤ ਹਰਚੰਦ ਸਿੰਘ ਲੰਗੋਵਾਲ ਦਾ ਇਤਿਹਾਸ ਫਰੋਲ ਲਓ, ਜਿਨ੍ਹਾਂ ਨੇ 1985 ਵਿੱਚ ਸਿੱਖ ਪੰਥ ਤਾਂ ਵੇਚਿਆ ਹੀ ਵੇਚਿਆ, ਉਹਨਾਂ ਨੇ ਪੰਜਾਬ ਦੇ ਹੱਕ ਵੀ ਵੇਚੇ। ਇੱਕ ਵੀ ਪ੍ਰਾਪਤੀ ਉਹਨਾਂ ਦੀ ਗਿਣਾ ਦਿਓ ਜਿਸ ਕਰਕੇ ਉਹਨਾਂ ਨੇ ਰਾਜੀਵ ਗਾਂਧੀ ਅੱਗੇ ਜਾ ਕੇ ਲੇਲੜੀਆਂ ਕੱਢੀਆਂ ਸੀ। ਉਦੋਂ ਸਮਾਂ ਲੇਲੜੀਆਂ ਕੱਢਣ ਦਾ ਨਹੀਂ ਸੀ, ਆਪਣੇ ਹੱਕ ਜੋ ਆਪਣਾ ਖਿਲਰਿਆ ਪਿਆ ਪੰਜਾਬ ਸੀ ਉਦੋਂ ਆ ਕੇ ਉਹਦੀ ਅਗਵਾਈ ਦੇਣੀ ਸੀ। ਜਿਹੜਾ ਇਹਨਾਂ ਨੇ ਆਪਣੇ ਮੋਰਚੇ ਦਾ ਨਾਂ ਧਰਮ ਯੁੱਧ ਮੋਰਚਾ ਰੱਖਿਆ, ਦੈਟ ਵਾਜ਼ ਅ ਰੋਂਗ ਸਟੇਟਮੈਂਟ। ਇਹਨਾਂ ਨੂੰ ਪੰਜਾਬ ਮੋਰਚਾ ਰੱਖਣਾ ਚਾਹੀਦਾ ਸੀ। ਪੰਜਾਬ ਡੈਮੋਕ੍ਰੈਟਿਕ ਹੱਕਸ ਦੇ ਲਈ ਹੱਕੀ ਆਵਾਜ਼ ਬਣਾਉਣਾ ਚਾਹੀਦਾ ਸੀ, ਜਿਵੇਂ ਫਾਰਮਰਸ ਪ੍ਰੋਟੈਸਟ ਹੋਇਆ ਸੀ। ਉਹਨੂੰ ਧਰਮ ਦੀ ਇਹਨਾਂ ਨੇ ਰੰਗਤ ਦਿੱਤੀ। ਉਹ ਇਸ ਕਰਕੇ ਜਿਹੜੀ ਇੰਦਰਾ ਗਾਂਧੀ ਨੂੰ ਉਸ ਟਾਈਮ ਦੀਆਂ ਉਹਦੀਆਂ ਪਾਲਿਸੀ ਸੂਟ ਕਰਦੀਆਂ ਸੀ ਕਿ ਮੈਂ ਸੈਕਟੇਰੀਅਨ ਐਂਗਲ ਦੇ ਰਾਹੀਂ ਪੰਜਾਬ ਦੀ ਪ੍ਰੋਬਲਮਸ ਨੂੰ ਪੇਸ਼ ਕਰਾਂ ਇੰਡੀਆ ਦੀ ਨੇਸ਼ਨ ਅੱਗੇ, ਤਾਂ ਕਿ ਇਹਨਾਂ ਨੂੰ ਸਾਨੂੰ ਸੌਖਾ ਹੋ ਜੇ ਕਿ ਅਸੀਂ ਇਹਨਾਂ ਦੀ ਅਣਖ ਤੇ ਗੈਰਤ ਨੂੰ ਆਪਣੇ ਇੰਡੀਅਨ ਆਰਮੀ ਦੇ ਟੈਂਕਸ ਦੇ ਰਾਹੀਂ, ਆਪਣੀ ਬੰਬਾਰੀ ਦੇ ਰਾਹੀਂ ਮਿਟਾਇਆ ਜਾਵੇ, ਜਿਵੇਂ ਕਦੀ ਜਨਰਲ ਡਾਇਰ ਨੇ ਸੋਚਿਆ ਸੀ। ਹੁਣ ਆਵਾਜ਼ ਉਠਾ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰੇ ਵੱਲ ਜੇ ਝਾਕ ਰਿਹਾ ਪੰਥ, ਤਾਂ ਇਹਨਾਂ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ। ਇਹਨਾਂ ਨੇ ਕੁਝ ਸਾਲ ਪਹਿਲੇ ਦੀ ਇਹਨਾਂ ਦੀ ਪ੍ਰੈਸ ਸਟੇਟਮੈਂਟਸ ਨੇ ਕਿ ਇਹ ਆਪਣੇ ਕੌਮ ਦੇ ਇਸ਼ਟ ਨੂੰ ਭੁੱਲ ਕੇ, ਆਪਣੇ ਗੁਰੂ ਤੋਂ ਬੇਮੁਖ ਹੋ ਕੇ, ਇੱਕ ਜਿਹੜੇ ਉਸ ਸਾਧ ਨੂੰ ਆਪਣਾ ਪੂਜਨੀय ਪਿਤਾ ਕਹਿ ਰਹੇ ਸੀ, ਜਿਹੜਾ ਕਿ ਰੇਪ ਦੇ ਕੇਸ ਵਿੱਚ ਕਨਵਿਕਟਡ ਆ, ਜਿਹੜਾ ਮਰਡਰ ਦੇ ਕੇਸਿਸ ਵਿੱਚ ਕਨਵਿਕਟਡ ਆ, ਜਿਹਦਾ ਨਾਂ ਆ ਰਿਹਾ ਗੁਰੂ ਗ੍ਰੰਥ ਸਾਹਿਬ ਦੇ, ਜਿਹੜੀ ਸਾਡੀ ਪੀੜ ਆ, ਜਿਹੜੀ ਬੇਅਦਬੀ ਹੋਈ, ਉਹਨਾਂ ਦੇ ਪੰਨੇ ਖਿਲਾਰੇ, ਉਹਦੇ ਵਿੱਚ ਉਹਦਾ ਮੇਨ ਅਕਿਊਜ਼ਡ ਵਜੋਂ ਨਾਂ ਆ ਰਿਹਾ। ਇਹ ਸੋਚ ਕੇ ਚੱਲਣ ਕਿ ਕਿਹਨੂੰ ਆਪਣਾ ਪੂਜਨੀय ਪਿਤਾ ਮੰਨਦੇ ਨੇ। ਇਹ ਪ੍ਰੈਸ ਸਟੇਟਮੈਂਟਸ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰੇ ਦਾ, ਇਹਦਾ ਪਹਿਲੇ ਵੀ ਚੈੱਕਡ ਪਾਸਟ ਹੈਗਾ। ਇਹ ਕਹਿ ਲਓ, ਮੈਂ ਕਹਿੰਦਾ ਮਨਪ੍ਰੀਤ ਭਾਵੇਂ ਕੁਛ ਵੀ ਆਲੀ ਨੇ ਸਿੱਖ ਕੌਮ ਦੀ ਆਵਾਜ਼ ਨਹੀਂ ਉਠਾਈ, ਪਰ ਉਹਦੇ ਤੇ ਕੋਈ ਦਾਗ ਨਹੀਂ ਹੈਗਾ ਇਦਾਂ ਦਾ ਕਿ ਆਵੇ। ਪਰ ਜੇ ਲੀਡਰਸ਼ਿਪ ਇਹਨਾਂ ਨੇ ਸਿਰਜਣੀ ਆ ਤਾਂ ਇਹਨਾਂ ਨੂੰ ਅਕਾਲੀ ਦਲ ਦੀ ਸਫਾ ਚੋਂ ਬਾਹਰ ਹੋਣਾ ਪਊਗਾ। ਉਹ ਪੀੜ ਲੱਭਣੀ ਪਊਗੀ ਜਿਹਦੇ ਕੋਲੇ ਸਿੱਖਾਂ ਦਾ ਕੋਈ ਇਤਿਹਾਸ ਆ, ਜਿਨ੍ਹਾਂ ਦਾ ਆਪਣਾ ਜੀਵਨ ਜਿਹੜਾ ਹੈਗਾ ਪਾਕ ਆ। ਇਹ ਨਾ ਚਿਹਰਿਆਂ ਵੱਲ ਨਾ ਦੇਖੋ, ਸੂਰਤਾਂ ਨਾ ਦੇਖੋ, ਉਹਨਾਂ ਦੇ ਮਗਰ ਮੁੱਦਾ ਦੇਖੋ ਕਿ ਕੀ ਬੰਦੇ ਜਦੋਂ 84 ਦੀ ਪੀੜ ਸੀ ਕਿਹੜੇ ਬੰਦੇ ਆਪਣੀ ਹਿੱਕ ਡਾ ਕੇ ਖੜੇ ਸੀ। ਇਹਨਾਂ ਨੂੰ ਉਸ ਸਫਾ ਚੋਂ ਬਾਹਰ ਆਉਣਾ ਪਊਗਾ, ਕਿਉਂਕਿ ਜਿਸ ਤਰ੍ਹਾਂ ਦਾ ਦੀਵਾ ਇਹਨਾਂ ਨੇ ਜਾਲਿਆ 15 ਸਾਲ ਤੇ ਉਸ ਤੋਂ ਪਹਿਲੇ ਬਰਨਾਲੇ ਵੇਲੇ ਜਾਂ ਸੰਤ ਲੰਗੋਵਾਲ ਵੇਲੇ, ਉਹ ਦੀਵਾ ਜਿਹੜਾ ਸ਼ਹੀਦ ਜਟਾਣੇ ਦੀਆਂ ਐ ਮੂਰਤਾਂ ਲਾ ਕੇ ਨਹੀਂ ਉਜਾਗਰ ਹੋਣਾ ਜਦ ਤੱਕ ਉੱਥੋਂ ਸੰਤ ਲੰਗੋਵਾਲ ਵਰਗਿਆਂ ਦੀਆਂ ਤਸਵੀਰਾਂ ਲਹਿੰਦੀਆਂ ਨਹੀਂ,
जब तक वो सोच नहीं अकाली दल चो खत्म होंगी तो अपना मुड़ सिख कौम चो होण 1920 वांगू अपना कोई लीडर चुन जिहदे कोले क्लीयर पोलिटिकल गोल्स होण, नॉट के जस्ट अपीयरेंस। ਔਰ ਇਹ ਜਿਹੜੇ ਕਲੀਅਰ ਪੋਲੀਟੀਕਲ ਗੋਲਸ ਜੇਕਰ ਅਕਾਲੀ ਦਲ ਨੇ ਆਪਣੇ ਆਪ ਨੂੰ ਦੁਬਾਰਾ ਖੜੇ ਕਰਨਾ ਆ ਤਾਂ ਉਹਦੇ ਵਿੱਚ ਧਰਮ ਔਰ ਜਿਹੜੇ ਪੰਥਕ ਮੁੱਦੇ ਆ ਉਹ ਹੋਣੇ ਕਿੰਨੇ ਕੁ ਜ਼ਰੂਰੀ ਨੇ, ਕਿਉਂਕਿ ਆਪਾਂ ਇਤਿਹਾਸ ਦੇ ਵਿੱਚ ਦੇਖਿਆ ਕੁਕੀ ਜੀ ਕਿ ਅਕਾਲੀ ਦਲ ਜਦੋਂ ਸੱਤਾ ਤੋਂ ਬਾਹਰ ਹੋ ਜਾਂਦਾ ਹੈ ਦੁਬਾਰਾ ਫਿਰ ਉਹ ਖਾੜਕੂਵਾਦ ਦੇ ਸਮੇਂ ਵਾਲੀਆਂ ਜੋ ਘਟਨਾਵਾਂ ਸੀ, ਉਸ ਸਮੇਂ ਦੇ ਜੋ ਹੀਰੋ ਸੀ, ਜੋ ਸਿੱਖ ਯੋਧੇ ਸੀ, ਉਹਨਾਂ ਦੇ ਘਰਾਂ 'ਚ ਉਹਨਾਂ ਦੇ ਪਰਿਵਾਰਾਂ 'ਚ ਜਾ ਕੇ ਸਿੰਪਥੀ ਲੈ ਕੇ ਆਪਣਾ ਸਮਰਥਨ ਦਿਖਾ ਕੇ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਗਾਣੇ ਗਾ ਕੇ ਆਪਣੇ ਆਪ ਨੂੰ ਦੁਬਾਰਾ ਖੜਾ ਕਰਨ ਦੀ ਕੋਸ਼ਿਸ਼ ਕਰਦੇ ਆ। ਹੁਣ ਕੋਰ ਕਮੇਟੀ ਇਹਨਾਂ ਨੇ ਖਤਮ ਕਰ ਦਿੱਤੀ। ਹੋ ਸਕਦਾ ਕੱਲ੍ਹ ਨੂੰ ਨਵੀਂ ਕੋਰ ਕਮੇਟੀ ਬਣਾਉਣ ਔਰ ਉਹਦੇ ਵਿੱਚ ਕੁਛ ਏਦਾਂ ਦੇ ਚਿਹਰੇ ਲੈਣ ਜਿਹੜਾ ਯੂਥ ਹੋਵੇ ਜਾਂ ਕੁਛ ਏਦਾਂ ਦੇ ਲੋਕ ਹੋਣ ਜਿਨ੍ਹਾਂ ਨੂੰ ਦੁਬਾਰਾ ਇਹ ਇਸ ਅੱਗ ਵੱਲ ਨੂੰ ਧੱਕ ਦੇਣ ਕਿ ਮੈਂ ਸਿੱਧਾ ਕਵਾਂ ਰੈਡੀਕਲਾਈਜ਼ ਕਰ ਦੇਣ। ਉਹ ਰੈਡੀਕਲਾਈਜ਼ੇਸ਼ਨ ਇਹ ਧਰਮ ਦੇ ਨਾਮ ਤੇ ਵੀ ਕਰ ਸਕਦੇ ਆ। ਔਰ ਰਹੀ ਗੱਲ ਇੱਕ ਮੁੱਦਾ ਜਿਹੜਾ ਹੈ ਕਿ ਰਾਜੀਵ ਲੌਂਗੋਵਾਲ ਅਕੋਰਡ ਵੇਲਾ ਜੋ ਪੰਜਾਬ ਦੇ ਬੁਨਿਆਦੀ ਮੁੱਦੇ ਬਣੇ ਹੋਏ ਨੇ, ਜਾਂ ਇਹ ਆਪਣਾ ਉਹ ਸੰਘਰਸ਼ ਲਾਂਚ ਕਰਨ ਜਿਹੜਾ ਪੰਜਾਬ ਦੇ ਪਾਣੀਆਂ ਦਾ, ਚੰਡੀਗੜ੍ਹ ਦਾ ਜਾਂ ਪੰਜਾਬ ਦੇ ਹੋਰ ਬੁਨਿਆਦੀ ਹੱਕਾਂ ਦਾ ਹੈ। ये है ना भी इन्हों पहले ये सोच लेना चाहिए भी क्यों डरे, जिंदगी से क्या होगा, और नहीं तो कुछ तजर्बा होगा। मेरा ख्याल इन्हों पिछला इतिहास पढ़नगे, इन्हों कुछ याद आऊगा कि साडे की फ्लॉस ने, पहले तो वो डिस्कस करो कि साडे तो गलती कित्थे हुई। जिहड़ा दीवा इन्होंने बालिया उस तेल नाल इन्होंने बालिया जिस तेल विच सिख नौजवानी का खून सीगा, वो जिन्हें वो खून उत्थे डोलिया पंजाब च, इन्हां ने वो खून की जिहड़ी चीज़ सी जिन्हां ने चीज़ दित्ती, इन्हां ने उन्हां दे तेल बाल के अपने दीवे बाले आ। हुणे कहंदे हो सानू बीजेपी ने रिकमेंड कीता सी, विरसा सिंह बलटोए नूं इतिहास अपना पढ़ लेना चाहिए। एक एक तू संत जरनैल सिंह शहीद भिंडरां दे नाल रहा, तू देख के गल कर भी तुसीं कह की रहे हैं। ये श्रोमणी अकाली दल ने प्रौज नहीं खत्म करती सिख कौम की, सिख स्टूडेंट फैडरेशन नूं इन्हां ने कंडे लाता, उहदा खुरा खोज मटाता, ਉਹਦੀ ਥਾਂ ਤੇ ਕੀ ਲੈ ਕੇ ਆਏ ਇਹ ਬੰਟੀ ਰਮਾਣੇ ਹੁਣ ਆ ਗਏ। ਤੁਸੀਂ ਇਹ ਤਾਂ ਸੋਚੋ ਵੀ ਤੁਸੀਂ ਕਿਸ ਤਰ੍ਹਾਂ ਦੀ ਨੌਜਵਾਨੀ ਸਿਰਜੀ, ਉਹਨਾਂ ਦਾ ਇਤਿਹਾਸ ਤਾਂ ਦੱਸੋ। ਕੋਈ ਕਿਸੇ ਕੋਲੇ ਇਤਿਹਾਸ ਤਾਂ ਹੋਵੇ ਪਹਿਲੇ ਨੌਜਵਾਨੀ ਦਾ। ਤੁਹਾਡਾ ਐਡਾ ਸੁਪਰੀਮ ਯੂਥ ਦਾ ਲੀਡਰ ਡਰੱਗ ਚਾਰਜਸ ਦੇ ਵਿੱਚ ਜੇਲ੍ਹ 'ਚ ਬੈਠਾ, ਉਹਨਾਂ ਇਹ ਤਾਂ ਦੇਖੋ ਇੱਥੋਂ ਤੱਕ ਤੁਹਾਡੇ ਤੇ ਦੋਸ਼ ਵੀ ਕਿਉਂ ਲੱਗੇ ਕੋਈ ਡਰੱਗ ਦਾ, ਤੁਹਾਡੇ ਤੇ ਇਹ ਵੀ ਸਿੱਖ ਕੌਮ ਨੂੰ ਕਿਉਂ ਭੁਲੇਖਾ ਪੈ ਰਿਹਾ ਕਿ ਤੁਹਾਡੇ ਕਰਕੇ ਸਾਡਾ ਗੁਰੂ ਗ੍ਰੰਥ ਸਾਹਿਬ ਸੜਕਾਂ ਤੇ ਰੁਲਿਆ। ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਜਿਹੜੀ ਹੁਣ ਸਰਕਾਰ ਪੰਜਾਬ 'ਚ ਬੈਠੀ ਹੈ 24 ਘੰਟੇ 'ਚ ਇਨਸਾਫ ਦੇਣ ਦਾ ਵਾਅਦਾ ਕਰਕੇ ਆਏ ਸੀ। ਲੋਕਾਂ ਨੇ ਸੋਚਿਆ ਸੀ ਵੀ ਸ਼ਾਇਦ ਅਸੀਂ ਮੁੜ ਕੇ ਸਰਕਾਰ ਚੁਣ ਰਹੀ ਆ, ਉਹਦਾ ਜਲੂਸ ਇਹ ਸੜਕਾਂ ਤੇ ਨਿਕਲਦਾ ਲੋਕੀ ਦੇਖ ਰਹੇ ਨੇ ਕਿ ਦਿੱਲੀ ਦਰਬਾਰੀਏ ਆ ਕੇ ਸਾਡਾ ਪੰਜਾਬ ਅੱਜ ਸਾਂਭੀ ਬੈਠੇ ਨੇ। ਸਾਡਾ ਚੀਫ ਮਿਨਿਸਟਰ ਭਗਵੰਤ ਮਾਨ ਇੱਕ ਮੂਕ ਦਰਸ਼ਕ ਬਣਿਆ ਹੋਇਆ ਹੈਗਾ, ਉਹਨੂੰ ਜ਼ਮੀਨਾਂ ਛਡਾਉਣ ਜਾਣ ਲਈ ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਉਹਦੇ ਕੋਲੇ ਹਰਾ ਪੈਨਾ, ਉੱਥੇ ਬੈਠੇ ਹਰੇ ਪਾਨ ਨਾਲ ਲਿਖੇ ਜ਼ਮੀਨਾਂ ਵਿਹਲੀਆਂ ਹੋ ਜਾਣੀਆਂ। ਜੀ ਮਤਲਬ ਕਿ ਇੱਥੇ ਪ੍ਰਗਟਾਵੇ ਦੀ ਰਾਜਨੀਤੀ ਨਾ ਕਰੋ, ਇੱਥੇ ਮੁੱਦੇ ਦੀ ਰਾਜਨੀਤੀ ਕਰੋ ਜਿਹੜਾ ਕਿ ਪੰਜਾਬ ਦੀ ਪੀੜ ਨੂੰ ਸਮਝ ਸਕੇ। ਅੱਜ ਦੇਖਿਓ ਕਿਤੇ ਜਦੋਂ ਅਮਿਤ ਸ਼ਾਹ ਨੇ ਚੰਡੀਗੜ੍ਹ 'ਚ ਆਏ ਹੋਣੇ ਆ, ਹੁਣ ਉਹ ਕਿਤੇ ਆਪਣਾ ਪੰਜਾਬ ਨਾ ਵੇਚ ਜਾਣ, ਤੁਹਾਡੇ ਤੋਂ ਪੰਜਾਬ ਖੋਹ ਕੇ ਨਾ ਲੈ ਜਾਣ। ਕੁਕੀ ਗਿੱਲ ਜੀ, ਇਸ ਸਮੇਂ ਦੋ ਅਕਾਲੀ ਦਲ ਨੇ। ਸ਼੍ਰੋਮਣੀ ਅਕਾਲੀ ਦਲ ਮਾਨ ਵੀ ਇੱਕ ਵਾਰੀ ਖੜੀ ਤਾਂ ਹੋਈ ਚੁੱਕੀ ਹੈ ਜਦੋਂ ਉਹਨਾਂ ਦਾ ਇੱਕ ਕੈਂਡੀਡੇਟ ਆਪਣੀ ਪਾਰਲੀਮੈਂਟ ਦੇ ਵਿੱਚ ਜਿੱਤ ਕੇ ਬੈਠੇ ਹੋਏ ਨੇ। ਹੁਣ ਦੋ ਅਕਾਲੀ ਦਲਾਂ ਨੂੰ ਅਗਰ ਆਪਾਂ ਕੰਪੈਰੀਜ਼ਨ ਕਰੀਏ, ਸ਼੍ਰੋਮਣੀ ਅਕਾਲੀ ਦਲ ਬਾਦਲ ਐਂਡ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹਨਾਂ ਚੋਂ ਤੁਹਾਨੂੰ ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿਤੇ ਡਰ ਹੈਗਾ ਹੈ ਵੀ ਕਿਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਨੂੰ ਓਵਰਟੇਕ ਕਰਕੇ ਅੱਗੇ ਨਾ ਆ ਜਾਵੇ ਗੁਰਦੁਆਰਾ ਇਲੈਕਸ਼ਨਾਂ ਦੇ ਵਿੱਚ ਵੀ ਐਂਡ ਹੋਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ? ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪੋਲੀਟੀਕਲ ਸੀਨ ਤੇ ਦੁਬਾਰਾ ਰਿਵਾਈਵਲ ਬਹੁਤ ਅਹਿਮ ਰੱਖਦਾ ਸਿੱਖ ਕੌਮ ਵਿੱਚ। ਇਹ ਪੋਲੀਟੀਕਲ ਸੰਦਰਭ ਵਿੱਚ ਇੱਕ ਵਾਰੀ ਫੇਰ ਸਿੱਖ ਕੌਮ ਨੂੰ ਆਸ ਜਗੀ ਆ ਕਿ ਸਾਡਾ ਜਿਹੜਾ ਪੋਲੀਟੀਕਲ ਸਰਵਾਈਵਲ ਆ ਹਜੇ ਅਲਾਈਵ ਆ, ਹਜੇ ਜਿੰਦਾ ਹੈਗਾ, ਕਿਉਂਕਿ ਇਹ ਡਿਫਾਇੰਸ ਦੀ ਵੌਇਸ ਆ। ਜਿੰਨਾ ਚਿਰ ਦਾ ਇਹਨਾਂ ਦਾ ਪੋਲੀਟੀਕਲ ਕੈਰੀਅਰ ਆ ਉਹਦੇ ਵਿੱਚ ਹਮੇਸ਼ਾ ਪੋਲੀਟੀਕਲ ਡਿਫਾਇੰਸ ਆਈ ਆ, ਨੋਰਮਸ ਤੋਂ ਇਹ ਪਰੇ ਹਟ ਕੇ ਚੱਲਦੇ ਰਹੇ ਨੇ। ਜਿਵੇਂ ਹੁਣ ਇਹਨਾਂ ਨੇ ਇੱਕ ਬੇਲੋੜਾ ਇਸ਼ੂ ਉਠਾਇਆ, ਇਹ ਵੀ ਇਹਨਾਂ ਦੀ ਡਿਫਾਇੰਸ ਦਿਖਾਉਂਦਾ ਕਿ ਆਲਵੇਸ ਇਹ ਨੋਰਮਸ ਤੋਂ ਪਰੇ ਹਟ ਕੇ ਚੱਲੇ। ਇਹਨਾਂ ਨੇ ਜੋ ਕਹਿ ਰਹੇ ਨੇ ਕਿ ਸਾਡਾ ਸਰੋਪਾ ਪਾਉਣ ਨਾਲ ਸਾਡੇ ਪਰਿਵਾਰ ਵੱਲੋਂ ਅਸੀਂ ਬੰਬਾਰੀ ਰੋਕ ਲਈ। ਇਹ ਇਤਿਹਾਸ ਪੜ੍ਹ ਲਓ ਕਿ 14 ਅਪ੍ਰੈਲ 1919 ਨੂੰ ਗੁਜਰਾਂਵਾਲਾ ਕੋਲੇ
ਕਿਵੇਂ ਬ੍ਰਿਟਿਸ਼ ਐਰੋਪਲੇਨਸ ਨੇ ਬੰਬਾਰੀ ਕੀਤੀ ਸੀ, ਕਿਵੇਂ ਉੱਤੋਂ ਮਸ਼ੀਨ ਗਨ ਦੇ ਨਾਲ ਜਿਹੜਾ ਹਜੂਮ ਇਕੱਠੇ ਹੋਈ ਸੀ ਰੋਸ ਵਜੋਂ ਉਹਨਾਂ ਤੇ ਗੋਲੀਆਂ ਚੱਲੀਆਂ ਨੇ। ਇਹ ਇਤਿਹਾਸ ਦੇ ਪੰਨੇ ਫੜ ਲਓ, ਫੇਰ ਕੋਈ ਦਿਓ। ਤੁਹਾਨੂੰ ਡਿਫਾਇੰਸ ਲਈ ਪਾਰਲੀਮੈਂਟ 'ਚ ਸੰਗਰੂਰ ਦੇ ਲੋਕਾਂ ਨੇ ਭੇਜਿਆ, ਪਰ ਇਹ ਨਾ ਖਿਆਲ ਕਰਨ ਸਰਦਾਰ ਸਿਮਰਨਜੀਤ ਸਿੰਘ ਮਾਨ ਕਿ ਅੱਜ ਉਹ ਪੰਥ ਦੇ ਸਾਰਿਆਂ ਨਾਲੋਂ ਸਰਮੌਰ ਲੀਡਰ ਹੋ ਗਏ। ਹਾਂ, ਹੀ ਇਜ਼ ਵਨ ਆਫ ਦਾ ਮੇਨ ਲੀਡਰਸ। ਅਸੀਂ ਇਸ ਚੀਜ਼ ਦੀ ਕਦਰ ਕਰਦੇ ਹਾਂ, ਪਰ ਆਪਣੇ ਸੰਦਰਭ ਤੋਂ ਪਰੇ ਨਾ ਜਾਓ। ਜੇ ਤੁਸੀਂ ਸੋਵਰੈਂਟੀ ਦੀ ਮੰਗ ਕਰਦੇ ਆ ਤਾਂ ਫਿਰ ਉਹਨੂੰ ਜਿਹੜਾ ਹੈਗਾ ਅੱਖਰਾਂ 'ਚ ਲਿਖੋ, ਅੱਖਰਾਂ 'ਚ ਪ੍ਰਗਟਾਵਾ ਕਰੋ। ਐ ਨਹੀਂ ਕਿ ਜਿੱਥੇ ਸਰਦਾਰ ਹੁਕਮ ਸਿੰਘ ਹੁਣਾਂ ਨੇ ਨਾ ਕਰਤੀ ਸੀ ਸਾਈਨ ਕਰਨ ਨੂੰ, ਉੱਥੇ ਜਾ ਕੇ ਤੁਸੀਂ ਬੰਦ ਕਮਰਿਆਂ 'ਚ ਉਹੀ ਵਰ ਕੇ ਦੁਬਾਰਾ ਪੜ੍ਹੋ। ਆਇਰਿਸ਼ ਸਟਰਗਲ ਪੜ੍ਹ ਲਓ, ਕਿਉਂ ਬੌਬੀ ਸੈਂਡਸ ਉਹਨਾਂ ਨੇ ਸਹੁੰ ਨਹੀਂ ਸੀ ਚੱਕੀ ਡਿਸਪਾਈਟ ਬੀਇੰਗ ਇਨ ਦਾ ਜੇਲ, ਐਂਡ ਹੀ ਡਾਈਡ ਇਨ ਦਾ ਜੇਲ ਵਾਈਲ ਔਨ ਹੰਗਰ ਸਟ੍ਰਾਈਕ। ਕਿਉਂਕਿ ਆਇਰਿਸ਼ ਸਟਰਗਲ ਦਾ ਸਾਡੇ ਨਾਲ ਬਹੁਤ ਮਤਲਬ ਕਿ ਪੱਖ ਰਲਦੇ ਨੇ। ਉਹਨਾਂ ਨੇ ਅੱਜ 100 ਸਾਲ ਬਾਅਦ ਰਾਜ ਲਿਆ ਨਾਰਥ ਆਇਰਲੈਂਡ 'ਚ, ਸਾਊਥ ਆਇਰਲੈਂਡ 'ਚੋਂ ਲੈਣ ਦੇ ਕੰਢੇ ਖੜੀ ਆ ਉਹ ਪਾਰਟੀ। ਇਸ ਲਈ ਇਹ ਚੀਜ਼ ਠੀਕ ਆ, ਸਿਮਰਨਜੀਤ ਸਿੰਘ ਮਾਨ ਇੱਕ ਬਹੁਤ ਅਹਿਮ ਸਥਾਨ ਰੱਖਦੇ ਆ ਸਿੱਖ ਰਾਜਨੀਤੀ ਵਿੱਚ, ਪਰ ਅਕਾਲੀ ਦਲ ਦੁਆਰਾ ਸਿਰਜਿਆ ਜਾ ਸਕਦਾ ਸਾਂਝਾ ਅਕਾਲੀ ਦਲ ਸਿਰਜੋ। ਪਰ ਅਕਾਲੀ ਦਲ ਦਾ ਜੋ ਪ੍ਰੈਜ਼ੈਂਟ ਲੀਹਾਂ ਦੋਨਾਂ ਅਕਾਲੀ ਦਲ ਵੱਲੋਂ ਚੱਲ ਰਹੀਆਂ, ਉਸ ਸੰਦਰਭ 'ਚੋਂ ਬਾਹਰ ਨਿਕਲਣਾ ਪਊਗਾ। ਯੂ ਹੈਵ ਟੂ ਲੁੱਕ ਇਨਸਾਈਡ ਦਾ ਸਿੱਖ ਕੌਮ ਕਿ ਕਿੰਨਾ ਕੋਲੇ ਇਤਿਹਾਸ ਆ, ਕਿੰਨਾ ਕੋਲੇ ਉਹ ਪੀੜ ਆ, ਤੇ ਕਿੰਨਾ ਕੋਲੇ ਉਹ ਲਫ਼ਜ਼ ਨੇ, ਉਹਨਾਂ ਕੋਲ ਹੈਸੀਅਤ ਆ ਕਿ ਉਹ ਅੱਜ ਮੈਜੋਰਿਟੇਰੀਅਨ ਰਜੀਮ ਦੇ ਵਿੱਚ ਆਪਣੇ ਮਿਨੋਰਟੀ ਇੰਟਰਸਟ ਨੂੰ ਸੇਫਗਾਰਡ ਰੱਖ ਸਕਣਗੇ। ਮਨਵੀਰ, ਆਲਮੋਸਟ ਆਪਣਾ ਆਖਰੀ ਸਵਾਲ ਹੈ ਕੁਕੀ ਗਿੱਲ ਜੀ, ਤੁਹਾਨੂੰ ਲੱਗਦਾ ਹੈ ਕਿ ਕੋਰਸ ਕਰੈਕਸ਼ਨ ਹੋ ਪਾਏਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਕੋਰ ਕਮੇਟੀ ਦੇ ਨਵੇਂ ਮੈਂਬਰ ਲਿਆਏ ਜਾਣਗੇ ਔਰ ਬਹੁਤ ਵੱਡਾ ਬਦਲਾਵ ਜਿਹੜਾ ਉਹ ਨਜ਼ਰ ਆਏਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ? ਆਰ ਯੂ ਹੋਪਫੁਲ? ਤੁਹਾਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਮੈਨੇਜ ਕਰ ਲੈਣਗੇ? वो है ना मनवीर, मुद्दतें हो गई है मुस्कुराए, आज सोचा तो आंसू बह है। ਜਦੋਂ ਇਹਨਾਂ ਨੇ ਜਿਸ ਤਰ੍ਹਾਂ ਬੇਕਦਰੀ ਕੀਤੀ ਹੈ ਸਿੱਖ ਕੌਮ, ਸਿੱਖ ਨੌਜਵਾਨੀ ਨੂੰ ਕਿਵੇਂ ਰੋਲਿਆ, ਕਿਵੇਂ ਇਹਨਾਂ ਦੇ ਨਾਂ ਤੇ ਪਹਿਲੇ ਪੁਲਿਸ ਮੁਕਾਬਲਿਆਂ ਦੇ ਦੋਸ਼ ਲੱਗਦੇ ਨੇ ਕਿ ਕਿੱਥੋਂ ਮੁੱਢ ਵੱਜਿਆ ਬਾਬਾ ਬੂਝਾ ਸਿੰਘ ਦੀ ਸ਼ਹਾਦਤ ਤੋਂ ਬਾਅਦ। ਇੱਕ ਗਦਰੀ ਬਾਬਾ ਦਰਖਤ ਨਾਲ ਬੰਨ੍ਹ ਕੇ ਇਹਨਾਂ ਦੇ ਰਜੀਮ ਦੇ ਵਿੱਚ ਹੋਇਆ। ਇਹ ਚੀਜ਼ ਨੂੰ ਪਹਿਲੇ ਪਬਲਿਕ 'ਚ ਲੈ ਕੇ ਆਉਣਾ ਪਊਗਾ ਕਿ ਜਿਹੜੀਆਂ ਮਿਸਟੇਕਸ ਹੋਈਆਂ ਨੇ ਅਸੀਂ ਉਹਨਾਂ ਦੇ ਵਿੱਚ ਰਿਫਾਰਮ ਤਾਂ ਹੀ ਆਉਣਗੇ ਜੇ ਅਕਨੌਲੇਜ ਕੀਤਾ ਜਾਊਗਾ। ਪਹਿਲੇ ਉਹ ਦੱਸੇ, ਝੁੰਦਾ ਕਮੇਟੀ ਨੂੰ ਵੀ ਕਲੀਅਰ ਕੱਟ ਦੱਸਣਾ ਚਾਹੀਦਾ ਸੀ ਜੋ ਉਹਨਾਂ ਨੂੰ ਲੋਕਾਂ ਨੇ, ਉਨ ਲੋਕਾਂ ਤੋਂ ਜਾ ਕੇ ਉਹਨਾਂ ਨੇ ਸੁਣਿਆ। ਇੱਥੇ ਇਹ ਨਾ ਕਰੋ ਕਿ ਸੁਖਬੀਰ ਬਾਦਲ ਤੋਂ ਹੀ ਅਸਤੀਫਾ ਲੈ ਲੈਂਦਾ, ਫਿਰ ਸੁਖਬੀਰ ਬਾਦਲ ਨੂੰ ਹੀ ਕਹਿੰਦਾ ਵੀ ਨਹੀਂ ਤੇਰੀ ਕਾਰਜਕਾਰੀ ਸੁਖਬੀਰ ਆ ਬਹੁਤ ਵਧੀਆ, ਇਸ ਲਈ ਯੂ ਕੰਟੀਨਿਊ। ਇੱਥੇ ਸੁਖਬੀਰ ਬਾਦਲ ਟੂ ਸੁਖਬੀਰ ਬਾਦਲ ਦੀ ਗੱਲ ਨਹੀਂ ਹੈਗੀ। ਇੱਥੇ ਸੁਖਬੀਰ ਬਾਦਲ ਇਜ਼ ਰਿਸਪੌਂਸਿਬਲ ਫॉर ਐਨ ਐਕਸਪਲੇਨੇਸ਼ਨ along with his respected father ਸਰਦਾਰ ਪ੍ਰਕਾਸ਼ ਸਿੰਘ ਬਾਦਲ and his family clan ਕਿ ਸਾਨੂੰ ਦੱਸੋ ਕਿੰਨੀਆਂ ਕਿ ਨੰਨੀਆਂ ਛਾਵਾਂ ਪੰਜਾਬ 'ਚ ਅੱਜ ਉਹਨਾਂ ਦੇ ਘਰ ਵਸਦੇ ਨੇ। ਇੱਕ ਨੰਨੀ ਛਾਂ ਬੀਬੀ ਗੁਰਜੀਤ ਕੌਰ ਪਰਕਰਮਾਂ 'ਚ ਬੈਠੀ ਆ ਦਰਬਾਰ ਸਾਹਿਬ 'ਚ, 4 ਪੁੱਤ ਉਹਨੇ ਵਾਰੇ ਨੇ, 2 ਬੇਟੀਆਂ ਵਾਰੀਆਂ ਨੇ। ਉਹਦਾ ਦੁੱਖ ਸਮਝੋ। ਇਹ ਵੀ ਸਮਝੋ ਕਿ ਸੰਤ ਲੰਗੋਵਾਲ ਹੁਣਾਂ ਨੇ ਕਿਉਂ ਸਾਨੂੰ ਵੇਚਿਆ 1985 'ਚ, ਕਿਉਂ ਤੁਹਾਨੂੰ ਉਹਨਾਂ ਨੂੰ ਸ਼ਹੀਦ ਦਾ ਸਰਟੀਫਿਕੇਟ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜੇ ਸੰਗਰੂਰ ਦੇ ਲੋਕਾਂ ਨੇ ਭੇਜਿਆ ਤਾਂ ਉੱਥੇ ਉਹਨਾਂ ਨੂੰ ਕੌਣ ਸ਼ਹੀਦ ਆ ਕੌਣ ਨਹੀਂ ਸ਼ਹੀਦ ਆ ਇਹ ਫਤਵਾ ਦੇਣ ਲਈ ਨਹੀਂ ਭੇਜਿਆ। ਨਾ ਇਸ ਲਈ ਭੇਜਿਆ ਕਿ ਅਸੀਂ ਬੰਬਾਰੀ ਰੋਕਤੀ ਜਨਰਲ ਡਾਇਰ ਦੇ ਆਰਡਰਸ ਦੇ ਰਾਹੀਂ ਬੰਬਾਰੀ ਹੋਈ ਆ। ਕੈਪਟਨ ਕਾਰਬੈਰੀ ਨੇ ਜਾ ਕੇ ਉਸ ਕਮਾਂਡ ਦੀ ਸਕੈਡਰਨ ਦੀ ਲੀਡ ਕੀਤਾ ਸੀ, ਨਾਲ ਉਹਦੇ ਲੈਫਟੀਨੈਂਟ ਵਿੰਸਨ ਸੀਗਾ ਜਿਹੜੇ ਕਿ ਉਸ ਟਾਈਮ ਤੇ ਇੰਚਾਰਜ ਸੀ। ਗੱਜ ਰੱਖਾਂ ਪਿੰਡ ਦਾ ਨਾਂ, ਦੁੱਲਾ ਪਿੰਡ ਦਾ ਨਾਂ, ਗੁਜਰਾਂਵਾਲੇ ਦੀ ਉਹ ਆਊਟਸਕਰਟਸ ਦੇ ਪਿੰਡ ਨੇ। ਇਹ ਚੈੱਕ ਕਰ ਲੈਣਾ ਚਾਹੀਦਾ, ਫੇਸ ਕੋਈ ਸਟੇਟਮੈਂਟ ਦਿਓ ਤੁਸੀਂ। ਅਸੀਂ ਰਿਸਪੈਕਟ ਕਰਦੇ ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ, ਮੈਂ ਪਰਸਨਲੀ ਆਈ ਰਿਸਪੈਕਟ ਹਿਮ, ਬਟ ਆਈ ਡੋਂਟ ਐਗਰੀ the way he's presenting the issues concerning Punjab and the Sikh ਕੌਮ। ਮੁੱਕਦੀ ਗੱਲ ਇਹੀ ਹੈ ਕੁਕੀ ਗਿੱਲ ਜੀ ਕਿ ਸਿੱਖ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਸਭ ਦੇ ਵਿੱਚ ਇੱਕ ਅੰਦਰੂਨੀ ਕ੍ਰਾਈਸਿਸ ਹੈਗਾ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਤਾਂ ਇਹ ਕ੍ਰਾਈਸਿਸ ਹੋਰ ਡੂੰਘਾ ਹੋ ਰਿਹਾ ਆ। ਇਹ ਉਮੀਦ ਵੀ ਇੱਕ ਜਾਗੀ ਹੈ ਕਿ ਹੋ ਸਕਦਾ ਜਿਹੜੀ ਨਵੀਂ ਕਮੇਟੀਆਂ ਜਾਂ ਨਵੇਂ ਜਿਹੜੇ ਆਪਣੇ ਇਹ ਅੰਦਰ ਸਟਰਕਚਰ ਬਣਾਉਣ ਉਹ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਸ਼ਾਇਦ। ਔਰ ਫਿਰ ਇਸੇ ਮੁੱਦੇ ਨੂੰ ਅਗਲੀ ਵੀਡੀਓ ਦੇ ਵਿੱਚ ਵੀ ਕੈਰੀ ਫਾਰਵਰਡ ਕਰਾਂਗੇ। ਹੁਣ ਆਪਾਂ ਸਮਾਂ ਅੱਧੇ ਘੰਟੇ ਤੋਂ ਲੰਘ ਆਏ ਆ। ਸੋ ਥੈਂਕ ਯੂ ਸੋ ਮਚ ਕੁਕੀ ਗਿੱਲ ਜੀ, ਤੁਸੀਂ ਆਪਣਾ ਸਮਾਂ ਦਿੱਤਾ। ਨਾਈਸ ਟਾਕਿੰਗ ਟੂ ਯੂ। Always a player, man. Always player, sir. Thank you.